ਤਾਂ ਜਿਹੜਾ ਜਿੰਨੀ ਜ਼ਿਆਦਾ ਜ਼ਿੰਮੇਵਾਰੀ ਸਵੀਕਾਰ ਕਰਦਾ ਹੈ, ਹਰ ਕੰਮ ਦੇ ਵਿੱਚ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਹੈ, ਹਰ ਇਨਸਾਨ ਦੀ ਨਜ਼ਰ 'ਚ ਉਹਦੀ ਵੈਲਿਊ ਵੱਧਦੀ ਚਲੀ ਜਾਂਦੀ ਹੈ। ਇਸ ਲਈ ਦੂਸਰਾ ਪੁਆਇੰਟ ਹੈ, ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰੋ। ਇਹ ਦੇਖੋ, ਮੈਂ ਜਿੱਥੇ ਕੰਮ ਕਰ ਰਿਹਾ, ਜੋ ਕਰ ਰਿਹਾ, ਘਰ ਦੇ ਵਿੱਚ ਆ, ਤਾਂ ਜੇ ਮੈਂ ਚਾਹੁੰਦਾ ਘਰ ਦੇ ਲੋਕ ਮੇਰੀ ਕਦਰ ਕਰਨ, ਘਰ ਦੇ ਲੋਕਾਂ 'ਚ ਮੇਰੀ ਇੱਜ਼ਤ ਹੋਵੇ, ਤਾਂ ਆਪਣੀਆਂ ਜ਼ਿੰਮੇਵਾਰੀਆਂ ਟਾਈਮ ਨਾਲ ਪੂਰੀਆਂ ਕਰੋ, ਆਪਣੀ ਵੈਲਿਊ ਨੂੰ ਵਧਾਓ। ਔਰ ਵੈਲਿਊਬਲ ਇਨਸਾਨ ਉਹੀ ਹੁੰਦਾ ਹੈ ਜਿਹੜਾ ਜ਼ਿੰਮੇਵਾਰੀ ਨੂੰ ਸਵੀਕਾਰ ਕਰਦਾ ਹੈ। ਜਿਹੜਾ ਜ਼ਿੰਮੇਵਾਰੀ ਨੂੰ ਛੱਡ ਕੇ ਦੌੜ ਜਾਂਦਾ ਹੈ, ਉਹਦੀ ਵੈਲਿਊ ਰੱਬ ਦੀਆਂ ਨਜ਼ਰਾਂ 'ਚ ਵੀ ਘਟ ਜਾਂਦੀ ਹੈ, ਤਾਂ ਪਰਿਵਾਰ ਦੀਆਂ ਨਜ਼ਰਾਂ 'ਚ ਵੀ ਘਟ ਜਾਂਦੀ ਹੈ। ਔਰ ਤੀਸਰਾ ਪੁਆਇੰਟ ਕਿਹੜਾ ਹੈ, ਹੁਣ ਉਹਨੂੰ ਵੀ ਸਮਝ ਲਓ। ਤੀਸਰਾ ਪੁਆਇੰਟ ਹੈ ਧੀਰਜ ਰੱਖੋ। ਕੀ ਰੱਖਣਾ ਹੈ? ਧੀਰਜ ਰੱਖਣਾ ਹੈ। ਤੁਸੀਂ ਕੋਈ ਵੀ ਕੰਮ ਕਰਦੇ ਹੋ, ਚਾਹੇ ਸਿਮਰਨ ਕਰਦੇ ਹੋ, ਧਿਆਨ ਕਰਦੇ ਹੋ, ਜਾਂ ਦੁਨਿਆਵੀ ਕੰਮ ਕਰਦੇ ਹੋ, ਇਹ ਯਾਦ ਰੱਖੋ, ਸਫਲਤਾ ਕਦੀ ਇੱਕ ਰਾਤ 'ਚ ਨਹੀਂ ਮਿਲ ਜਾਂਦੀ। ਉਹਦੇ ਵਾਸਤੇ ਧੀਰਜ ਰੱਖਣਾ ਪੈਂਦਾ ਹੈ। ਧੀਰਜ ਦਾ ਮਤਲਬ ਕੀ ਹੁੰਦਾ ਹੈ? ਥੋੜਾ ਸਬਰ ਸੰਤੋਖ ਰੱਖਣਾ ਪੈਂਦਾ ਹੈ। ਜਿੱਦਾਂ ਸਮਝ ਲਓ ਕਿ ਪਾਣੀ ਜ਼ਮੀਨ ਦੇ ਅੰਦਰ ਹੈ, ਇੱਕ ਬੰਦਾ 5 ਫੁੱਟ ਕੂਆਂ ਖੋਦ ਕੇ ਛੱਡ ਦੇਵੇ, ਲੈ ਪਾਣੀ ਤਾਂ ਨਿਕਲਿਆ ਨਹੀਂ। ਫਿਰ ਦੂਜੀ ਜਗ੍ਹਾ 5 ਫੁੱਟ ਖੋਦੇ ਪਾਣੀ ਨਿਕਲਿਆ, ਤੀਜੀ ਜਗ੍ਹਾ 5 ਫੁੱਟ ਖੋਦੇ ਪਾਣੀ ਨਿਕਲਿਆ, ਤੇ ਇੱਦਾਂ ਪਾਣੀ ਮਿਲੇਗਾ ਉਹਨੂੰ? ਤਾਂ ਜੇ ਸਬਰ ਰੱਖ ਕੇ ਇੱਕੋ ਜਗ੍ਹਾ ਮਿਹਨਤ ਕਰੀ ਜਾਵੇ, ਕਰੀ ਜਾਵੇ, ਕਰੀ ਜਾਵੇ, ਤਾਂ ਇੱਕ ਟਾਈਮ ਆਏਗਾ ਜਦੋਂ ਪਾਣੀ ਵੀ ਉਹਨੂੰ ਜ਼ਰੂਰ ਮਿਲ ਜਾਏਗਾ। ਇਸ ਲਈ ਜੇ ਤੁਸੀਂ ਕੋਈ ਵੀ ਕਰਮ ਕਰਦੇ ਹੋ ਤਾਂ ਜਲਦਬਾਜ਼ੀ ਨਾ ਕਰੋ, ਧੀਰਜ ਰੱਖੋ, ਸਬਰ ਰੱਖੋ, ਕਿਉਂਕਿ ਕਿਹਾ ਜਾਂਦਾ, ਕਹਾਵਤ ਹੈ ਕਿ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਇਸ ਲਈ ਇੱਥੇ ਸ਼ਾਰਟ 'ਚ ਦੱਸ ਰਹੇ ਅਸੀਂ ਇਹ 5 ਪੁਆਇੰਟ, ਨਹੀਂ ਤਾਂ ਸਮਝਾਉਣ ਨੂੰ ਇਹਨਾਂ ਕਈ ਸਾਖੀਆਂ ਹੈ, ਪਰ ਫਿਰ ਟਾਈਮ ਵੀ ਬਹੁਤ ਹੋ ਜਾਏਗਾ। ਇਸ ਲਈ ਧੀਰਜ ਰੱਖੋ, ਹਰ ਕੰਮ ਦੇ ਵਿੱਚ ਪੂਰਾ ਯਕੀਨ ਰੱਖੋ ਕਿ ਮੈਂ ਕਰ ਰਿਹਾ, ਮੈਨੂੰ ਯਕੀਨ ਹੈ, ਮੈਂ ਥੋੜਾ ਸਬਰ ਕਰਨਾ, ਧੀਰਜ ਰੱਖਣਾ, ਮੈਨੂੰ ਪਤਾ ਸਫਲਤਾ ਮੈਨੂੰ ਜ਼ਰੂਰ ਮਿਲੇਗੀ। ਕੋਈ ਦੁਕਾਨ ਕਰਦਾ ਹੈ ਤਾਂ ਬੰਦਾ ਸੋਚੇ, ਲੈ 1 ਮਹੀਨਾ ਹੋ ਗਿਆ ਦੁਕਾਨ ਖੋਲੀ ਨੂੰ, ਚੱਲ ਨਹੀਂ ਰਹੀ, ਤਾਂ ਉੱਥੇ ਵੀ ਥੋੜੀ, ਕਿਉਂਕਿ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਬੀਜ ਨੂੰ ਪਾਣੀ ਦੇਣਾ ਪੈਂਦਾ ਹੈ, ਖਾਦ ਦੇਣੀ ਪੈਂਦੀ ਹੈ, ਫਿਰ ਉਹ ਪੌਦਾ ਬਣਦਾ, ਉਹਦੀ ਰਾਖੀ ਕਰਨੀ ਪੈਂਦੀ ਹੈ, ਫਿਰ ਕਰਦਾ ਕੋਈ ਸਾਲਾਂ ਜਦੋਂ ਬ੍ਰਿਕਸ਼ ਬਣ ਜਾਂਦਾ, ਆਪਣੀਆਂ ਜੜ੍ਹਾਂ ਫੈਲਾ ਦਿੰਦਾ, ਤਾਂ ਫਿਰ ਸਾਰੀ ਜ਼ਿੰਦਗੀ ਉਹ ਸਾਨੂੰ ਠੰਡੀ ਛਾਂ ਦਿੰਦਾ, ਫਲ ਦਿੰਦਾ ਹੈ। ਇਹਨੂੰ ਕਹਿੰਦੇ ਧੀਰਜ, ਇਹਨੂੰ ਕਹਿੰਦੇ ਸਬਰ ਰੱਖਣਾ। ਔਰ ਚੌਥਾ ਪੁਆਇੰਟ ਹੈ, ਮੁਸ਼ਕਿਲਾਂ ਨੂੰ ਸਵੀਕਾਰ ਕਰੋ। ਕੀ ਕਰਨਾ ਹੈ? ਹਰ ਮੁਸ਼ਕਿਲ ਨੂੰ ਸਵੀਕਾਰ ਕਰੋ, ਕਿਉਂਕਿ ਜਦੋਂ ਅਸੀਂ ਪਹਿਲਾਂ ਹੀ ਰੈਡੀ ਹੁੰਦੇ ਕਿ ਕੋਈ ਵੀ ਮੁਸ਼ਕਿਲ ਆਵੇ, ਮੈਂ ਸਵੀਕਾਰ ਕਰਨ ਨੂੰ, ਉਹਦਾ ਸਾਹਮਣਾ ਕਰਨ ਨੂੰ ਤਿਆਰ ਹਾਂ, ਤਾਂ ਫਿਰ ਬੰਦਾ ਅਗਰ ਉਹਦੇ ਸਾਹਮਣੇ ਮੁਸ਼ਕਿਲ ਆ ਵੀ ਜਾਂਦੀ ਹੈ ਤਾਂ ਨਿਰਾਸ਼ ਨਹੀਂ ਹੁੰਦਾ, ਟੁੱਟਦਾ ਨਹੀਂ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਕਿਸੇ ਵੀ ਕੰਮ ਵਿੱਚ ਜਦੋਂ ਮੈਂ ਵਧਣਾ ਹੈ ਤਾਂ ਮੈਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਹੀ ਪੈਣਾ ਹੈ। ਇਸ ਲਈ ਬੰਦਾ ਉਹਦੀ ਤਿਆਰੀ ਰੱਖਦਾ ਹੈ। ਫਿਰ ਜਦੋਂ ਸਵੀਕਾਰ ਕਰ ਲੈਂਦੇ ਆ ਤਾਂ ਫਿਰ ਕੀ ਹੁੰਦਾ ਹੈ? ਅਸੀਂ ਉਹਦਾ ਹੱਲ ਕਰਦੇ ਹਾਂ। ਸਮਝਦੇ ਹੋ ਕਿ ਨਹੀਂ? ਹੁਣ ਕੋਈ ਡਾਕਟਰ ਕਵੇ ਤੁਹਾਨੂੰ, ਲੈ ਵੀ ਤੈਨੂੰ ਸ਼ੂਗਰ ਹੋ ਗਈ, ਮੈਂ ਨਹੀਂ ਮੰਨਦਾ ਮੈਨੂੰ ਸ਼ੂਗਰ ਹੈ, ਮੈਂ ਨਹੀਂ ਮੰਨਦਾ ਮੈਨੂੰ ਸ਼ੂਗਰ ਹੈ, ਤੇਰੇ ਕਹਿਣ ਨੂੰ ਮੈਂ ਕੀ ਕਰਨਾ, ਮੈਂ ਨਹੀਂ ਮੰਨਦਾ ਸ਼ੂਗਰ ਹੈ ਮੈਨੂੰ, ਮੈਂ ਤਾਂ ਉਦਾਂ ਹੀ ਮਿੱਠਾ ਖਾਣਾ ਹੈ, ਮੈਂ ਤਾਂ ਉਦਾਂ ਹੀ ਚੀਜ਼ਾਂ ਖਾਣੀਆਂ, ਤਾਂ ਉਹਦੇ ਨਾਲ ਕੀ ਹੋਏਗਾ? ਉਹਦੇ ਨਾਲ ਬਿਮਾਰੀ ਘਟੇਗੀ ਜਾਂ ਵਧੇਗੀ? ਪਰ ਜੇ ਅਸੀਂ ਕਹੀਏ ਠੀਕ ਹੈ ਡਾਕਟਰ ਸਾਹਿਬ ਤੁਸੀਂ ਕਹਿ ਦਿੱਤਾ ਹੈ ਮੈਂ ਮੰਨ ਲਿਆ, ਹੁਣ ਮੈਂ ਇਹਦਾ ਇਲਾਜ ਕਰਨਾ ਹੈ, ਕਿਉਂਕਿ ਐਸੀ ਕਿਹੜੀ ਬਿਮਾਰੀ ਹੈ ਜਿਹਦਾ ਹੱਲ ਨਾ ਹੋਵੇ? ਬਸ ਥੋੜੇ ਨਿਯਮ ਅਪਣਾਣੇ ਪੈਂਦੇ ਆ, ਹਰ ਚੀਜ਼ ਨੂੰ ਕੰਟਰੋਲ ਕੀਤਾ। ਇਸ ਲਈ ਕਈ ਵਾਰ ਇਨਸਾਨ ਦੇ ਜੀਵਨ 'ਚ ਮੁਸ਼ਕਿਲ ਆਉਂਦੀ ਹੈ ਤਾਂ ਬੰਦਾ ਕਹਿੰਦਾ ਮੇਰੇ ਜੀਵਨ 'ਚ ਕਿਉਂ ਆ ਗਈ, ਕਿੱਦਾਂ ਆ ਗਈ, ਕਾਹਤੇ ਆ ਗਈ, ਬੰਦਾ ਉਹਨੂੰ ਸਵੀਕਾਰ ਹੀ ਨਹੀਂ ਕਰਦਾ, ਬਲਕਿ ਉਹਦੇ ਬਾਰੇ ਸੋਚ ਕੇ ਬੰਦਾ ਨਿਰਾਸ਼ ਹੋ ਕੇ, ਉਦਾਸ ਹੋ ਕੇ ਬੈਠ ਜਾਂਦਾ ਹੈ। ਕਾਹਤੇ ਆ ਗਈ, ਕਿਉਂ ਆ ਗਈ, ਮੇਰੇ ਤੇ ਮੁਸੀਬਤ ਕਿਉਂ ਆਈ, ਉਹਦੇ ਤਾਂ ਜੀਵਨ 'ਚ ਆਈ ਨਹੀਂ, ਉਹਦੇ ਜੀਵਨ 'ਚ ਤਾਂ ਪਰੇਸ਼ਾਨੀ ਆਈ ਨਹੀਂ। ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜਿਹੜੀ ਪਤੰਗ ਜਿੰਨੀ ਜ਼ਿਆਦਾ ਉੱਚੀ ਹਵਾਵਾਂ 'ਚ ਹੋਵੇ ਨਾ, ਉਹਨੂੰ ਹਵਾਵਾਂ ਦਾ ਸਾਹਮਣਾ ਵੀ ਉਨਾ ਹੀ ਕਰਨਾ ਪੈਂਦਾ ਹੈ, ਤਾਂ ਜਿਹੜੀ ਹੈਗੀ ਹਲੇ ਕੋਠੇ ਤੇ, ਉਹਨੂੰ ਕਾਹਦਾ ਡਰ? ਇਸ ਲਈ ਕਿਸੇ ਦੀ ਤੁਲਨਾ ਆਪਣੇ ਨਾਲ ਨਾ ਕਰੋ। ਜੇ ਕਿਸੇ ਦੇ ਜੀਵਨ 'ਚ ਹਾਲੇ ਪਰੇਸ਼ਾਨੀ ਨਹੀਂ, ਇਹਦਾ ਮਤਲਬ ਇਹ ਛੋਟੀ ਚੜ੍ਹਾਈ ਚੜ੍ਹਨ ਵਾਲਾ ਹੈ, ਤਾਂ ਮੇਰੇ ਜੀਵਨ 'ਚ ਬੜੀ ਪਰੇਸ਼ਾਨੀ ਹੈ, ਤਾਂ ਮਤਲਬ ਮੇਰੀ ਮੰਜ਼ਿਲ ਵੀ ਬੜੀ ਹੈ, ਮੇਰੀ ਚੜ੍ਹਾਈ ਵੀ ਬੜੀ ਹੈ। ਔਰ ਜਿਹੜਾ ਜਿੱਡੀ ਜ਼ਿਆਦਾ ਉਚਾਈ ਤੇ ਜਾਂਦਾ ਨਾ, ਉਹਨੂੰ ਗਿਰਨ ਦਾ ਖਤਰਾ ਵੀ ਉਨਾ ਹੀ ਹੁੰਦਾ ਹੈ। ਇਸ ਲਈ ਸੰਭਲ ਕੇ ਚੱਲਣਾ ਹੈ। ਸਮਝ ਆ ਰਹੀ ਸਾਡੀ ਗੱਲ? ਇਸ ਲਈ ਜੀਵਨ ਦੇ ਕਿਸੇ ਵੀ ਮੁਕਾਮ ਤੇ ਹੋਈਏ, ਹੁਣ ਤੁਸੀਂ ਗੁਰੂਆਂ ਰਹਿਬਰਾਂ ਦੇ ਜੀਵਨ ਦੇ, ਉਹਨਾਂ ਦੀ ਸਾਖੀਆਂ ਨੂੰ ਪੜ੍ਹ ਕੇ ਦੇਖ ਲਓ ਕਿ ਉਹਨਾਂ ਦੇ ਜੀਵਨ 'ਚ ਮੁਸ਼ਕਿਲਾਂ ਨਹੀਂ ਆਈਆਂ, ਉਹਨਾਂ ਦੇ ਜੀਵਨ 'ਚ ਪਰੇਸ਼ਾਨੀਆਂ ਨਹੀਂ ਆਈਆਂ। ਇਨਸਾਨ ਦੇ ਜੀਵਨ 'ਚ ਉਨੀਆਂ ਤਕਲੀਫਾਂ ਨਹੀਂ ਆਈਆਂ ਜਿੰਨੀਆਂ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੇ ਜੀਵਨ 'ਚ ਮੁਸ਼ਕਿਲਾਂ ਆਈਆਂ, ਪਰ ਉਹਨਾਂ ਨੇ ਕਦੀ ਹਾਰ ਨਹੀਂ ਮੰਨੀ, ਕਦੀ ਨਿਰਾਸ਼ ਨਹੀਂ ਹੋਏ, ਆਪਣੇ ਰੱਬ ਤੇ ਯਕੀਨ ਰੱਖਿਆ, ਸਵੀਕਾਰ ਕੀਤਾ ਉਹਨਾਂ ਨੇ। ਠੀਕ ਆ, ਮੁਸੀਬਤ ਆ ਗਈ, ਸਵੀਕਾਰ ਕਰਦੇ ਆ, ਕਿਉਂਕਿ ਜਦੋਂ ਕਿਸੇ ਚੀਜ਼ ਨੂੰ ਸਵੀਕਾਰ ਕਰ ਲੈਂਦੇ ਆ ਤਾਂ ਫਿਰ ਅਸੀਂ
ਉਹਦਾ ਹੱਲ ਲੱਭਣਾ ਸ਼ੁਰੂ ਕਰ ਦਿੰਦੇ ਆ। ਤਾਂ ਜਦੋਂ ਤੱਕ ਸਵੀਕਾਰ ਹੀ ਨਾ ਕਰੀਏ ਸਾਡਾ ਮਨ ਉੱਥੇ ਹੀ ਉਲਝਿਆ ਰਹਿੰਦਾ, ਕਿਉਂ ਹੋ ਗਈ, ਕਾਹਤੇ ਹੋ ਗਏ, ਕਿੱਦਾਂ ਹੋ ਗਏ। ਇਹ ਸਮਝਣਾ ਜ਼ਰਾ, ਇਹ ਕੁਝ ਪੁਆਇੰਟ ਹੈ। ਇਸ ਲਈ ਹਰ ਮੁਸ਼ਕਿਲ ਨੂੰ ਤਿਆਰ ਰਹੋ ਸਵੀਕਾਰ ਕਰਨ ਨੂੰ, ਕਿ ਮੇਰੇ ਜੀਵਨ 'ਚ ਕੋਈ ਵੀ ਮੁਸ਼ਕਿਲ ਆਵੇ ਮੈਂ ਡਰਨਾ ਨਹੀਂ ਹੈ, ਮੈਂ ਚਿੰਤਾ ਨਹੀਂ ਕਰਨੀ, ਮੇਰਾ ਮਾਲਿਕ ਮੇਰੇ ਨਾਲ ਹੈ, ਹਰ ਮੁਸ਼ਕਿਲ ਦਾ ਹੱਲ ਮੇਰੇ ਮਾਲਿਕ ਦੇ ਕੋਲ ਹੈ। ਇਸ ਲਈ ਤੁਹਾਨੂੰ ਕਹੀਦਾ ਹੈ ਕਿ ਤੁਹਾਡੇ ਜੀਵਨ 'ਚ ਕੋਈ ਟੈਨਸ਼ਨ ਹੈ, ਕੋਈ ਚਿੰਤਾ ਹੈ, ਪਰੇਸ਼ਾਨੀ ਹੈ, ਸਾਨੂੰ ਦੱਸੋ, ਹੱਲ ਕਰਨ ਵਾਲੇ ਬੈਠੇ ਹਾਂ ਅਸੀਂ। ਪਰ ਤੁਸੀਂ ਕਦੀ ਨਿਰਾਸ਼ ਨਹੀਂ ਹੋਣਾ, ਤੁਸੀਂ ਆਪਣੇ ਮਾਲਿਕ ਤੇ ਯਕੀਨ ਰੱਖਣਾ ਹੈ, ਭਰੋਸਾ ਰੱਖਣਾ ਹੈ। ਜੇ ਅੱਜ ਮੁਸ਼ਕਿਲ ਆਈ ਤਾਂ ਮੇਰਾ ਮਾਲਿਕ ਬੈਠਾ ਹੈ ਇਹ ਮੁਸ਼ਕਿਲ ਦੂਰ ਕਰਨ ਵਾਸਤੇ, ਤਾਂ ਮੈਨੂੰ ਕਾਮਯਾਬੀ ਵੀ ਜ਼ਰੂਰ ਮਿਲੇਗੀ। ਇਹ ਉਮੀਦ ਹੈ, ਆਸ ਜਿਹਦਾ ਬੱਚੇ ਨੂੰ ਹੁੰਦਾ ਹੈ ਨਾ, ਕਿ ਜੇ ਮੇਰੇ ਜੀਵਨ 'ਚ ਕੋਈ ਪ੍ਰੋਬਲਮ ਹੈ ਤਾਂ ਕੋਈ ਨਹੀਂ, ਮੇਰਾ ਬੜਾ ਕੋਈ ਬੈਠਾ ਹੈ, ਮੇਰਾ ਬਾਪ ਬੈਠਾ ਹੈ, ਮੈਨੂੰ ਆਪੇ ਮੁਸ਼ਕਿਲ 'ਚੋਂ ਕੱਢ ਲਏਗਾ। ਇੱਦਾਂ ਇੱਥੇ ਵੀ ਸਾਡਾ ਪਿਤਾ, ਉਹ ਸਾਡਾ ਮਾਲਿਕ, ਉੱਤੇ ਯਕੀਨ ਰੱਖੋ। ਕਦੀ ਇਹ ਨਹੀਂ ਸੋਚਣਾ ਮੁਸ਼ਕਿਲ ਕਿਉਂ ਆ ਗਈ, ਕਾਹਤੇ ਆ ਗਈ, ਮੇਰੇ ਨਾਲ ਇੱਦਾਂ ਕਿਉਂ ਆਈ। ਤੇ ਇਹ ਸੋਚੋ ਕਿ ਜਦ ਤੱਕ ਇਹ ਸਵਾਸ ਚੱਲ ਰਹੇ ਆ ਮੁਸ਼ਕਿਲਾਂ ਤਾਂ ਆਣੀ ਹੈ ਕਿ ਨਹੀਂ। ਜ਼ਿੰਦਗੀ ਇੱਕ ਸਫ਼ਰ ਹੈ, ਔਰ ਇਹ ਸਫ਼ਰ 'ਚ ਰੈੱਡ ਲਾਈਟ ਵੀ ਆਣੀ ਹੈ, ਸਪੀਡ ਬ੍ਰੇਕਰ ਵੀ ਆਣੇ ਆ, ਬਹੁਤ ਕੁਛ ਆਣਾ ਹੈ ਰਸਤੇ 'ਚ, ਮੋੜ ਘੇੜ ਵੀ ਆਣੇ ਆ, ਕਈ ਜਗ੍ਹਾ ਖਾਈ ਵੀ ਆਣੀ ਹੈ, ਕਈ ਜਗ੍ਹਾ ਕੁआं ਵੀ ਆਣਾ ਹੈ। ਤਾਂ ਜੇ ਹੁਣ ਇਨਸਾਨ ਡਰ ਕੇ ਬ੍ਰੇਕ ਲਾ ਕੇ ਬਹਿ ਜਾਵੇ ਤਾਂ ਫਿਰ ਜ਼ਿੰਦਗੀ ਕਦੀ ਅੱਗੇ ਵਧ ਹੀ ਨਹੀਂ ਸਕਦੀ। ਇੱਥੇ ਆਪਣੇ ਮਾਲਿਕ ਤੇ ਯਕੀਨ ਰੱਖਣਾ ਹੈ ਕਿ ਜੇ ਜੀਵਨ 'ਚ ਕੋਈ ਵੀ ਮੁਸ਼ਕਿਲ ਆਉਂਦੀ, ਮੇਰਾ ਮਾਲਿਕ ਮੈਨੂੰ ਰਸਤਾ ਦਿਖਾਉਣ ਵਾਲਾ ਬੈਠਾ ਹੈ, ਤਾਂ ਮੈਂ ਕਿਉਂ ਘਬਰਾਵਾਂ, ਮੈਂ ਕਿਉਂ ਡਰਾਂ। ਇਸ ਲਈ ਮੁਸ਼ਕਿਲਾਂ ਨੂੰ ਸਵੀਕਾਰ ਕਰੋ। ਔਰ ਪੰਜਵਾਂ ਪੁਆਇੰਟ, ਹੁਣ ਜਿਹੜਾ ਆਖਰੀ ਪੁਆਇੰਟ ਦੱਸ ਦਈਏ, ਕਿ ਕਦੀ ਵੀ ਦਿਸ਼ਾ ਤੋਂ ਨਾ ਭਟਕੋ, ਆਪਣੇ ਟਾਰਗੇਟ ਤੇ, ਆਪਣੇ ਗੋਲ ਤੇ ਹਮੇਸ਼ਾ नजर रखो, क्योंकि बड़ी मंजिलों के मुसाफिर छोटे झगड़ों में नहीं पड़ते। यदि मंजिल बड़ी होवे ना, उन्होंने छोटे मोटे झगड़ियां नाल कोई फर्क नहीं पैंदा, उधर परवाह नहीं करता। हुण एक गल का जवाब देना सानू, समझ लो एक खेड का मैदान है, फुटबॉल की गेम चल रही है, फुटबॉल की गेम चल रही है उत्थे, और एक खिडारी दे कोल फुटबॉल है, सामने उहदे गोल है और सामने गोलकीपर भी खड़ा है। हुण वो खिडारी बड़ी तेजी नाल गोल वाल जा रहा है, अचानक दर्शक उन्होंने बुरा बोल रहे हैं, गालां कढ़ रहे हैं, माड़ा बोल रहे हैं, इतों नहीं गोल होना, इनू कामयाबी नहीं मिलनी, इन्हें मिस कर देना है, यानी उन्होंने बुरे शब्द बोल रहे हैं। तो जी दूजी टीम के खिलाड़ी भी उन्होंने गालियां दे रहे हैं, तो हुण उन्होंने की करना चाहिए है, बॉल छड्ड के उन्होंने दी गल्लां सुननियां चाहिए कि लै भी मैनूं दर्शक की कह रहे हैं या मैनूं दूजी विरोधी टीम के खिलाड़ी की कह रहे हैं, मैं पहले इन्होंने सुन लवां, इन्होंने जवाब दे देवां कि तुहाडी हिम्मत किद्दां हो गई मैनूं गालां कड्ढण दी, तुहाडी हिम्मत किद्दां हो गई मैनूं इह कहण दी। उन्होंने उधर ध्यान देना चाहिए या अपना पूरा ध्यान अपने गोल ते रखना चाहिए है कि इन्हां दे मुंह बंद करन दा इक्को ही तरीका है कि मैं ये गोल करके दिखावां। जरा सोचो, हुण जिहड़ा वाकई सूझवान खिलाड़ी होएगा ना, वो ये परवाह नहीं करेगा मैनूं दर्शक की कह रहे हैं या विरोधी टीम के खिलाड़ी की कह रहे हैं, क्योंकि उन्होंने कहना ही है। दर्शकों में बहुत इदां दे हुंदे जिहड़े दूजी टीम के प्रशंसक होंदे हैं, उन्होंने दूजी टीम नूं माड़ा कहना ही है। हुण कई बार देखदे ना क्रिकेट मैच हुंदा है, तो जे किते इंडिया का किसी होर देश का मैच होवे, तो जिहड़े इंडिया के दर्शक हुंदे है, जदों अपना बंदा शॉट मारदा है, सिक्स लगदा है, तो बड़ी खुशी मनाते हैं, तो जो विकेट जाती है तो किदां हाय हाय कर देंगे। दूजे खिलाड़ी नूं शायद गेंदबाज नूं गाली कढ़ देण, वो किदां दा बॉलर है, साडा बंदा ही बेस्ट बंदे नूं आउट कर दिता, तो हुण बॉलर नूं इन्ना फर्क पैना कोई, क्योंकि वो तो अपने वालों बेस्ट कर रहा है। हुण जिहड़ा सूझवान खिलाड़ी हुंदा वो परवाह नहीं करता कि दर्शक की बोल रहे हैं, विरोधी टीम की कह रही है, वो कहता इन्हां नूं जवाब देने का कोई ढंग है कि मैं दिशा ना भटका, अपने अवस्था नूं ना भटकन देवां, अपनी सोच नूं ना भटकन देवां कि दर्शक की कहंदे है, जनता की कहंदी है, खिडारी की कहंदे है, बल्कि मैं अपनी नजर गोल ते रखनी है। वो जांदा है और अपनी नजर गोल ते रखदा है, किक मारदा है, गोल हो जाता है, जेडे उहदे विरोधी हुंदे उही उहदी प्रशंसा करन लग जांदे, देखिया सानूं पता सी इन्हां कामयाब होना। इसलिए ये पंजवां पॉइंट असीं क्यों दस रहे हैं तुहानूं कि कदी दिशा ना भटको, अपने गोल ते नजर रखो। तुसीं भी जिहड़ा काम सोच लिया ना, जिवें आनंद नूं पाना है, जीवन च कामयाब होना है, आ काम च सफल होना है, तो फिर देखा विरोधी की कहते हैं, दूजे दर्शक की कहते हैं, दर्शक यानी वो दुनिया जिन्होंने मतलब ही कोई नहीं, वो भी बहुत सलाह दे देंगे, वो तेतों नहीं होना, तू नहीं कर सकता, बल्कि अपने टारगेट ते नजर रखो, अपने गोल ते नजर रखो और करके दिखाओ। क्योंकि जेड़े पहला कहते हैं ना, शुरुआत में कहते तेतों नहीं होना, तू नहीं कर सकता, क्योंकि असीं अपनी गल दसदे हैं, असीं अपने जीवन च भी इदां दे अनुभव लए हैं
ਜਦੋਂ 1992 ਦੇ ਵਿੱਚ ਬੜੇ ਮਾਲਕ ਦੁਨੀਆ ਤੋਂ ਪਰਦਾ ਕਰ ਗਏ ਔਰ ਉਹ ਸਾਨੂੰ ਇਹ ਜ਼ਿੰਮੇਵਾਰੀ ਜਦੋਂ ਸੌਂਪੀ ਮਾਲਕਾਂ ਨੇ 89 ਦੇ ਵਿੱਚ, ਜਦੋਂ 92 ਵਿੱਚ ਪਰਦਾ ਕਰ ਗਏ ਜ਼ਿੰਮੇਵਾਰੀ ਸਾਡੇ ਸਿਰ ਆ ਗਈ। ਤਾਂ ਜਿਸ ਵੇਲੇ ਛੋਟੀ ਉਮਰ ਸੀ ਸਾਡੀ, ਕਦੀ ਸਤਸੰਗ ਵੀ ਨਹੀਂ ਕੀਤਾ ਸੀ, ਤਾਂ ਉਸ ਲਈ ਕਈਆਂ ਨੇ ਕਹਿਣਾ ਸ਼ੁਰੂ ਕਰਤਾ ਸੰਗਤ ਵਿੱਚੋਂ ਹੀ, ਕੋਈ ਸੇਵਾਦਾਰ ਪੁਰਾਣੇ ਸੀ, ਕੋਈ ਹੋਰ ਫੈਮਿਲੀ ਮੈਂਬਰ ਸੀ, ਉਹ ਇਹਨਾਂ ਤੋਂ ਨਹੀਂ ਹੋਣਾ, ਇਹ ਤਾਂ ਨਿਆਣੇ ਹੈ, ਬੱਚੇ ਹੈ, ਇਹਨਾਂ ਤੋਂ ਕਿੱਥੇ ਹੋਣਾ, ਇਹ ਕਿੱਥੇ ਐਡੀ ਵੱਡੀ ਜ਼ਿੰਮੇਵਾਰੀ ਸੰਭਾਲ ਪਾਣੀ ਹੈ। ਸਾਡੇ ਮੂੰਹ ਤੇ ਕਹਿਣਾ ਕਈਆਂ ਨੇ ਇਹਨਾਂ ਤੋਂ ਨਹੀਂ ਹੋਣਾ, ਪਰ ਅਸੀਂ ਅੰਦਰ ਕੀ ਕਰਨਾ, ਅਸੀਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੰਦੇ ਹੁੰਦੇ ਸੀ ਕਿ ਲੈ ਮਤਲਬ ਬੋਲ ਕੇ ਲੜਨਾ, ਤੁਹਾਡੀ ਹਿੰਮਤ ਕਿੱਦਾਂ ਹੋ ਗਈ, ਤੁਸੀਂ ਕਿੱਦਾਂ ਕਹਿ ਸਕਦੇ ਹੋ ਇਹੀ ਨਹੀਂ ਕਰਨਾ। ਨਹੀਂ, ਇਹ ਚੁੱਪ ਰਹਿਣਾ ਔਰ ਆਪਣੇ ਅੰਦਰ ਇੱਕ ਫੈਸਲਾ ਰੱਖਣਾ। ਉਹ ਕਿਹੜਾ ਫੈਸਲਾ ਸੀ? ਆਪਣੇ ਗੋਲ ਤੇ, ਟਾਰਗੇਟ ਤੇ ਨਜ਼ਰ, ਕਿ ਇੱਕ ਦਿਨ ਕਰਕੇ ਦਿਖਾਣਾ ਹੈ। ਸਾਡੀ ਜ਼ੁਬਾਨ ਨਹੀਂ ਬੋਲੇਗੀ, ਸਾਡੀ ਕਰਨੀ ਬੋਲੇਗੀ, ਕਰਕੇ ਦਿਖਾਵਾਂਗੇ ਅਸੀਂ। ਵਾਕਿਆ ਹੀ ਪਹਿਲਾਂ ਬੋਲਣ 'ਚ ਬੜੀ ਦਿੱਕਤ ਆਉਂਦੀ ਸੀ, ਕਿਉਂਕਿ ਬੱਚੇ ਨੇ ਕੀ ਬੋਲਣਾ, ਕੀ ਸਮਝਾਣਾ, ਪਰ ਆਪਣੇ ਟਾਰਗੇਟ ਤੇ ਨਜ਼ਰ ਰੱਖੀ, ਆਪਣੇ ਗੋਲ ਤੇ ਨਜ਼ਰ ਰੱਖੀ ਕਿ ਮੇਰਾ ਗੋਲ ਮੇਰਾ ਮਾਲਿਕ ਹੈ, ਉਹ ਪਰਮਾਨੰਦ ਹੈ। ਹੁਣ ਜਿਹੜੇ ਮਜ਼ਾਕ ਉਡਾਉਂਦੇ ਸੀ, ਜਿਹੜੇ ਕਹਿੰਦੇ ਸੀ ਨਹੀਂ ਹੋਣਾ ਨਹੀਂ ਹੋਣਾ, ਜਦੋਂ 95 ਵਿੱਚ ਪਹਿਲੀ ਵਾਰ ਅਸੀਂ ਸਤਸੰਗ ਕੀਤਾ ਔਰ ਕਰਦੇ ਚਲੇ ਗਏ ਤਾਂ ਉਹੀ ਆ ਕੇ ਨਾਲ ਖੜਨੇ ਸ਼ੁਰੂ ਹੋ ਗਏ। ਦੇਖਿਆ, ਸਾਨੂੰ ਪਤਾ ਸੀ ਇਹਨਾਂ ਨੇ ਸਭ ਕੁਝ ਕਰ ਲੈਣਾ। ਇਹ ਕਮਾਲ ਦੀ ਗੱਲ ਹੈ। ਜਿਹੜੇ ਬੰਦੇ ਸਾਡੇ ਮੂੰਹ ਤੇ ਕਹਿੰਦੇ ਹੁੰਦੇ ਸੀ ਇਹਨਾਂ ਤੋਂ ਨਹੀਂ ਹੋਣਾ, ਫਿਰ ਉਹੀ ਆ ਕੇ, ਸਾਨੂੰ ਤਾਂ ਪਤਾ ਸੀ ਬੜੇ ਮਾਲਕ ਜ਼ਿੰਮੇਵਾਰੀ ਸੌਂਪ ਕੇ ਗਏ ਹੈ, ਤਾਂ ਉਹਨਾਂ ਨੇ ਦੇਖ ਕੇ ਹੀ ਸੌਂਪੀ ਹੋਏਗੀ, ਸਮਝ ਕੇ ਹੀ ਸੌਂਪੀ ਹੋਏਗੀ, ਸਾਨੂੰ ਪਤਾ ਸੀ ਇਹਨਾਂ ਨੇ ਸੰਭਾਲਣਾ, ਹੋਰ ਕੋਈ ਸੰਭਾਲ ਹੀ ਨਹੀਂ ਸਕਦਾ। ਇਹੀ ਸੋਚੀਦਾ ਸੀ। ਹੁਣ ਕੀ ਯਕੀਨ ਕਰੀਏ, ਇਹ ਉਦੋਂ ਸੱਚ ਬੋਲਦਾ ਸੀ, ਅੱਜ ਹੈ, ਉਦੋਂ ਇਹੀ ਕਹਿੰਦਾ ਸੀ ਇਹਨਾਂ ਤੋਂ ਕਿੱਥੇ ਹੋਣਾ ਕਿ ਉਦੋਂ ਮਾਲਕਾਂ ਨੇ ਨਹੀਂ ਸਾਨੂੰ ਸੰਭਾਲਿਆ ਸੀ ਸਭ ਕੁਝ। ਉਦੋਂ ਨਹੀਂ ਕਹਿ ਸਕਦਾ ਸੀ ਮਾਲਕਾਂ ਨੇ ਸੰਭਾਲਿਆ ਤਾਂ ਸਾਨੂੰ ਯਕੀਨ ਹੈ ਇਹ ਕਰਨਗੇ, ਪਰ ਉਦੋਂ ਨਹੀਂ। ਤਾਂ ਜਦੋਂ ਕਰਕੇ ਦਿਖਾ ਦਿੱਤਾ ਸੀ, ਜਿੱਦਾਂ ਸਮਝ ਲਓ ਗੋਲ ਕਰ ਦਿੱਤਾ ਸੀ, ਤਾਂ ਫਿਰ ਸਾਰੇ ਲੈ, ਸਾਨੂੰ ਪਤਾ ਸੀ ਇਹਨਾਂ ਨੇ ਗੋਲ ਕਰਨਾ ਹੈ, ਇਹਨਾਂ ਨੇ ਕਾਮਯਾਬ ਹੋਣਾ ਹੈ, ਹੋਰ ਕੋਈ ਕਰ ਹੀ ਨਹੀਂ ਸਕਦਾ। ਸੋ ਅਸੀਂ ਤੁਹਾਨੂੰ ਵੀ ਇਹੀ ਕਹਾਂਗੇ ਕਿ ਜਦੋਂ ਦੁਨੀਆ ਤੁਹਾਨੂੰ ਕਹੇ ਨਾ ਤੇਤੋਂ ਨਹੀਂ ਹੋਣਾ, ਤੂੰ ਨਹੀਂ ਕਰ ਸਕਦਾ, ਉਹਦੇ ਨਾਲ ਲੜੋ ਨਾ, ਉਹਨਾਂ ਨੂੰ ਜਵਾਬ ਦੇਣ 'ਚ ਆਪਣੀ એનર્ਜੀ ਵੇਸਟ ਨਾ ਕਰੋ, ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਜਵਾਬ ਦਿੰਦੇ ਹੋ, ਲੜਦੇ ਹੋ, ਤਾਂ એનર્ਜੀ ਤੁਹਾਡੀ ਵੇਸਟ ਹੁੰਦੀ ਹੈ। ਬਲਕਿ ਉਹ એનર્ਜੀ ਨੂੰ ਆਪਣੇ ਅੰਦਰ ਇਦਾਂ ਇਕੱਠਾ ਕਰ ਲਓ ਕਿ ਜਿੱਦਾਂ ਅਸੀਂ ਕਈ ਵਾਰ ਦੱਸਿਆ ਹੈ ਕਿ ਇੱਕ ਜਹਾਜ਼ ਨੂੰ ਉਡਣ ਵਾਸਤੇ એનર્ਜੀ ਦੀ ਲੋੜ ਹੈ, ਇੱਕ ਰਾਕਟ ਨੂੰ ਬ੍ਰਹਿਮੰਡ 'ਚ ਪਹੁੰਚਣ ਵਾਸਤੇ ਬਹੁਤ ਜ਼ਿਆਦਾ એનર્ਜੀ ਦੀ ਲੋੜ ਹੈ, ਔਰ ਜਿੰਨੀ એનર્ਜੀ ਸੇਵ ਹੁੰਦੀ ਚਲੀ ਜਾਵੇ ਉਨਾ ਤੁਸੀਂ ਤਿਆਰੀ ਕਰ ਲੈਂਦੇ ਹੋ ਬਹੁਤ ਉਚਾਈ ਤੇ ਜਾਣ ਦੀ। ਵਿਅਰਥ ਦੇ ਝਗੜਿਆਂ 'ਚ ਪੈ ਕੇ, ਦੂਜਿਆਂ ਨਾਲ ਲੜ ਕੇ, ਦੂਜਿਆਂ ਨਾਲ ਬਹਿਸ ਕਰਕੇ ਆਪਣੀ એનર્ਜੀ ਵੇਸਟ ਨਾ ਕਰੋ, ਬਲਕਿ ਜਿਹੜੇ ਤੁਹਾਨੂੰ ਕਹਿੰਦੇ ਤੂੰ ਨਹੀਂ ਕਰ ਸਕਦਾ, ਆਪਣੇ ਮਾਲਿਕ ਤੇ ਯਕੀਨ ਰੱਖੋ ਕਿ ਮੇਰਾ ਮਾਲਿਕ ਮੇਰੇ ਨਾਲ ਇੱਕ ਦਿਨ ਕਰਕੇ ਦਿਖਾਊਂਗਾ, ਕਿਉਂਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਨੂੰ ਆਪਣੇ ਮਾਲਿਕ ਤੇ ਪੂਰਾ ਅਸੀਂ ਆਪਣੇ ਮਾਲਿਕ ਤੇ ਵਿਸ਼ਵਾਸ ਕੀਤਾ ਤਾਂ ਅੱਜ ਤੁਹਾਡੇ ਸਾਹਮਣੇ ਇੱਥੇ ਬੈਠੇ ਆ। ਜੇ ਤੁਸੀਂ ਵਿਸ਼ਵਾਸ ਕਰੋਗੇ, ਬੇਸ਼ੱਕ ਅੱਜ ਤੁਸੀਂ ਜ਼ੀਰੋ, ਬੇਸ਼ੱਕ ਅੱਜ ਤੁਸੀਂ ਫਰਸ਼ ਤੇ ਬੈਠੇ ਹੋ, ਅਗਰ ਆਪਣੇ ਮਾਲਿਕ ਤੇ ਵਿਸ਼ਵਾਸ ਕਰੋਗੇ ਤਾਂ ਮੇਰਾ ਮਾਲਿਕ ਤੁਹਾਨੂੰ ਵੀ ਅਰਸ਼ ਤੇ ਜ਼ਰੂਰ ਬਿਠਾਏਗਾ, ਕਿਉਂਕਿ ਸ਼ਕਤੀ ਤਾਂ ਉਹੀ ਹੈ, ਸ਼ਕਤੀ ਤਾਂ ਉਹੀ ਕੰਮ ਕਰ ਰਹੀ ਹੈ। ਪੱਖੇ ਬੇਸ਼ੱਕ ਇੱਥੇ ਐਸੀ ਕਹੀਏ 15-20 ਚੱਲ ਰਹੇ ਹੈ, ਪਰ ਹਵਾ ਤਾਂ ਇੱਕੋ ਹੀ ਹੈ ਜੋ ਸਭ ਤੱਕ ਪਹੁੰਚ ਰਹੀ ਹੈ। ਇਸੇ ਤਰ੍ਹਾਂ ਸਾਡੇ ਸਰੀਰ ਸਾਰਿਆਂ ਦੇ ਅਲੱਗ-ਅਲੱਗ ਹੋ ਸਕਦੇ ਹੈ, ਪਰ ਰਹਿਮਤ ਤਾਕਤ ਉਹੀ ਹੈ ਜੋ ਸਭ ਦੇ ਅੰਦਰ ਕੰਮ ਕਰ ਰਹੀ ਹੈ। ਹੁਣ ਜੇ ਪੱਖੇ ਦੀ ਹਵਾ ਲੈਣੀ ਹੈ ਤਾਂ ਬਸ ਬਟਨ ਦਬਾਉਣ ਦੀ ਲੋੜ ਹੈ, ਹਵਾ ਉਹੀ ਹੈ। ਪੱਖਾ ਬੇਸ਼ੱਕ ਅਲੱਗ ਕੰਪਨੀ ਦਾ ਹੋ ਸਕਦਾ ਹੈ, ਪਰ ਹਵਾ ਤਾਂ ਇੱਕੋ ਹੀ ਹੈ, ਉਹ ਅਲੱਗ ਕੰਪਨੀ ਦੀ ਨਹੀਂ ਹੈ। ਇਸੇ ਤਰ੍ਹਾਂ ਤੁਹਾਡੇ ਸਰੀਰ, ਤੁਹਾਡੇ ਰੂਪ ਰੰਗ ਅਲੱਗ-ਅਲੱਗ ਹੋ ਸਕਦੇ ਹੈ, ਤੁਹਾਡੇ ਗਾਉਂ ਪਿੰਡ ਅਲੱਗ-ਅਲੱਗ ਹੋ ਸਕਦੇ ਆ, ਪਰ ਉਹਦੀ ਰਹਿਮਤ ਉਹ ਇੱਕੋ ਹੀ ਹੈ। ਬਸ ਜਿਹੜਾ ਵਿਸ਼ਵਾਸ ਦਾ ਬਟਨ ਦਬਾ ਦਿੰਦਾ ਉਹਦੇ ਤੱਕ ਉਹਦੀਆਂ ਰਹਿਮਤਾਂ ਦੀਆਂ ਹਵਾਵਾਂ ਵੀ ਪਹੁੰਚ ਜਾਂਦੀਆਂ। ਗੱਲ ਤਾਂ ਬਟਨ ਦਬਾਉਣ ਦੀ ਹੈ। ਇਸ ਲਈ ਦਿਸ਼ਾ ਨਾ ਭਟਕੋ, ਆਪਣੇ ਟਾਰਗੇਟ ਤੇ ਨਜ਼ਰ ਰੱਖੋ। ਦੁਨੀਆ ਕੀ ਕਹਿੰਦੀ ਹੈ ਉਹਨਾਂ ਦੀ ਗੱਲਾਂ ਵਿੱਚ ਆ ਕੇ ਆਪਣਾ ਮਾਰਗ ਨਾ ਛੱਡੋ। ਹੁਣ ਤੁਸੀਂ ਮਾਲਕ ਦੇ ਦਰ ਨਾਲ ਜੁੜੇ ਹੋ, ਮਾਲਕ ਤੇ ਵਿਸ਼ਵਾਸ ਰੱਖਦੇ ਹੋ, ਤਾਂ ਦੁਨੀਆ ਉੱਥੇ ਜਾ ਕੇ ਕੀ ਮਿਲਣਾ? ਭਾਈ ਤੂੰ ਜਾ ਕੇ ਦੇਖਿਆ ਹੈ? ਤੂੰ ਕਦੀ ਗਿਆ? ਕਦੀ ਸਤਸੰਗ ਸੁਣਿਆ ਵੀ? ਤੂੰ ਇੱਕ ਠੇਕੇ ਵੱਲ ਜਾਣ ਵਾਲਾ, ਇੱਕ ਜੂਆ ਘਰ 'ਚ ਜਾਣ ਵਾਲਾ ਕਹੇਗਾ ਫਕੀਰਾਂ ਕੋਲ ਕੁਝ ਨਹੀਂ ਹੁੰਦਾ, ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਉਹਨੂੰ ਕਹੇ ਭਾਈ ਸ਼ਰਾਬ ਛੱਡ ਦੇ, ਲੈ ਸ਼ਰਾਬ 'ਚ ਤਾਂ ਸਭ ਕੁਝ ਹੁੰਦਾ ਹੈ, ਇਹਨੂੰ ਕਿਉਂ ਛੱਡ ਦੇਵਾਂ ਮੈਂ? ਹੁਣ ਜ਼ਰਾ ਸਮਝਣਾ, ਸਾਰਿਆਂ ਨੇ ਦੱਸਣਾ ਕੀ ਚਾਹੁੰਦੇ ਆ ਕਿ ਜਿਨ੍ਹਾਂ ਨੂੰ ਫਕੀਰਾਂ ਦੀ ABC ਦਾ ਨਹੀਂ ਪਤਾ, ਉਹ ਵੀ ਕਹਿੰਦੇ ਫਕੀਰਾਂ ਦੇ ਪੱਲੇ ਕੁਝ ਨਹੀਂ ਹੁੰਦਾ। ਭਾਈ ਇਹ ਤਾਂ ਉਹੀ ਗੱਲ ਕਹਿ ਸਕਦਾ ਜਿਹੜਾ ਖੁਦ ਫਕੀਰੀ ਦੇ ਮੁਕਾਮ ਤੇ ਜਾ ਕੇ, ਜਿੱਦਾਂ ਹੁਣ ਸਮਝ ਲਓ ਇੱਕ ਆਦਮੀ ਬੈਠਾ ਖਾਈ 'ਚ ਹੈ,
ਤਾਂ ਦੂਜੇ ਨੂੰ ਕਹੇ ਉਹ ਸਿਖਰ ਤੇ ਕੁਝ ਵੀ ਹੈ ਨਹੀਂ, ਉਹ ਪਹਾੜ ਦੇ ਸਿਖਰ ਤੇ ਕੁਝ ਵੀ ਹੈ ਨਹੀਂ ਕਹਿਣ ਤੋਂ ਪਹਿਲਾਂ ਖਾਈ ਚੋਂ ਨਿਕਲ ਕੇ ਸਿਖਰ ਤੇ ਜਾ ਕੇ ਦੇਖ ਤਾਂ ਸਹੀ। ਜਾਂ ਤਾਂ ਉਹ ਪਹਿਲਾਂ ਦੇਖ ਜਾ ਕੇ ਫਿਰ ਮੁੜ ਕੇ ਆ ਕੇ ਕਹਿ ਉੱਥੇ ਕੁਝ ਵੀ ਹੈ ਨਹੀਂ। ਤਾਂ ਜਿਹੜਾ ਉੱਥੇ ਜਾ ਕੇ ਦੇਖ ਲੈਂਦਾ ਉਹਨੂੰ ਪਤਾ ਹੈ ਕਿ ਖਾਈਆਂ 'ਚ ਕੁਝ ਨਹੀਂ ਹੈ, ਸਭ ਕੁਝ ਤਾਂ ਇੱਥੇ ਹੀ ਹੈ। ਇਸ ਲਈ ਆਪਣੇ ਰੱਬ ਤੇ ਯਕੀਨ ਰੱਖੋ। ਇਹ ਦੁਨੀਆ ਪਿੱਛੇ ਲੱਗ ਕੇ ਆਪਣੀ ਦਿਸ਼ਾ ਨਾ ਭਟਕੋ, ਬੁਰੇ ਦੋਸਤਾਂ ਮਗਰ ਲੱਗ ਕੇ ਵਧੀਆ ਦੇ ਮਾਰਗ ਤੇ ਨਾ ਚਲੋ, ਕਿਉਂਕਿ ਇਹਨੂੰ ਵੀ ਕਹਾਂਗੇ ਦਿਸ਼ਾ ਨਾ ਭਟਕੋ ਕਦੀ ਵੀ ਅਗਰ ਜੀਵਨ 'ਚ ਕਾਮਯਾਬ ਹੋਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਯਾਦ ਆ ਗਿਆ, ਜਵਾਬ ਵੀ ਰਹਿ ਗਏ। ਹੁਣ ਫਟਾਫਟ ਇੱਕ ਸਵਾਲ ਦਾ ਜਵਾਬ ਦੇ ਦਈਏ, ਕਿਉਂਕਿ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਦਾਨ ਪੁੰਨ ਕੋਈ ਦਿਖਾ ਕੇ ਕਰਦਾ ਹੈ ਤਾਂ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ ਹੈ। ਪਰ ਇੱਕ ਸਵਾਲ ਜਿਹੜਾ ਦੂਸਰਾ ਹੈ ਕਿ ਆਪਣੇ ਮਾਤਾ ਪਿਤਾ ਦੀ ਕਰਨੀ ਦਾ ਕਰਮਾਂ ਦਾ ਫਲ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ। ਤਾਂ ਹੁਣ ਉੱਥੇ ਥੋੜਾ ਜਿਹਾ ਸਮਝ ਲਈਏ ਕਿ ਇੱਕ ਹੁੰਦਾ ਹੈ ਅਪਰਾਧ ਔਰ ਇੱਕ ਹੁੰਦਾ ਹੈ ਪਾਪ। ਅਪਰਾਧ ਵਿੱਚ ਔਰ ਪਾਪ 'ਚ ਅੰਤਰ ਕੀ ਹੈ ਪਤਾ ਕਿਸੇ ਨੂੰ? ਅਪਰਾਧ ਕਿਹਨੂੰ ਕਹਿੰਦੇ ਆ ਔਰ ਪਾਪ ਕਿਹਨੂੰ ਕਹਿੰਦੇ ਆ? ਕਿਉਂਕਿ ਅਪਰਾਧ ਔਰ ਪਾਪ ਵਿੱਚ ਵੀ ਇੱਕ ਅੰਤਰ ਹੁੰਦਾ ਹੈ, ਇੱਕ ਫਰਕ ਹੁੰਦਾ ਹੈ। ਔਰ ਫਰਕ ਕੀ ਹੈ? ਅਪਰਾਧ ਕਿਹਨੂੰ ਕਿਹਾ ਜਾਂਦਾ ਹੈ ਔਰ ਪਾਪ ਕਿਹਨੂੰ ਕਿਹਾ ਜਾਂਦਾ ਹੈ? ਯਾਦ ਰੱਖੋ, ਜਦ ਇਨਸਾਨ ਅਪਰਾਧ ਕਰਦਾ, ਅਪਰਾਧੀ ਹੁੰਦਾ ਹੈ, ਤਾਂ ਅਪਰਾਧ ਦੀ ਸਜ਼ਾ ਸਾਨੂੰ ਕਾਨੂੰਨ ਦਿੰਦਾ ਹੈ ਔਰ ਉਹਦੇ ਨਾਲ ਨਾਲ ਕੁਦਰਤ ਵੀ ਦਿੰਦੀ ਹੈ। ਪਰ ਜਿਹੜਾ ਪਾਪ ਹੈ ਨਾ, ਪਾਪ ਦੀ ਸਜ਼ਾ ਸਾਨੂੰ ਕਾਨੂੰਨ ਨਹੀਂ ਦਿੰਦਾ, ਉਹਦੀ ਸਜ਼ਾ ਸਾਨੂੰ ਕੁਦਰਤ ਦਿੰਦੀ ਹੈ। ਹੁਣ ਇਹ ਇੱਦਾਂ ਸਮਝ ਲਓ ਕਿ ਮੈਂ ਕਿਸੇ ਦਾ ਕਤਲ ਕਰਦਾ, ਉਹ ਅਪਰਾਧ ਹੈ। ਕਹਿੰਦੇ ਨਾ ਅਪਰਾਧੀ ਨੂੰ, ਦੋਸ਼ੀ ਨੂੰ ਕਟਘਰੇ ਵਿੱਚ ਖੜਾ ਕੀਤਾ ਜਾਵੇ। ਮੈਂ ਚੋਰੀ ਕਰਦਾ ਆ, ਉਹ ਅਪਰਾਧ ਵੀ ਹੈ ਤਾਂ ਨਾਲ ਰੱਬ ਦੇ ਘਰ 'ਚ ਪਾਪ ਵੀ ਹੈ। ਪਰ ਇੱਕ ਹੁੰਦਾ ਹੈ ਮੈਂ ਕਿਸੇ ਦੀ ਨਿੰਦਿਆ ਕਰ ਰਿਹਾ ਹਾਂ ਕਿਸੇ ਕੋ ਬਹਿ ਕੇ, ਹੁਣ ਉਹ ਅਪਰਾਧ ਨਹੀਂ ਹੈ ਕਿ ਸਾਨੂੰ ਕੋਈ ਪੁਲਿਸ ਫੜ ਕੇ ਜੇਲ੍ਹ 'ਚ ਕਰ ਦੇਗੀ ਕਿ ਤੂੰ ਅਪਰਾਧੀ, ਤੂੰ ਨਿੰਦਿਆ ਕਰ ਰਿਹਾ ਸੀ। ਪਰ ਉਹ ਪਾਪ ਹੈ, ਕਿਉਂਕਿ ਨਿੰਦਿਆ ਕਰਨ ਨਾਲ ਰੱਬ ਨਹੀਂ ਮਾਫ ਕਰੇਗਾ ਕਿ ਤੂੰ ਕਿਸੇ ਦੀ ਨਿੰਦਿਆ ਕਰ ਰਿਹਾ ਸੀ, ਇਹ ਪਾਪ ਕਰ ਰਿਹਾ ਸੀ, ਇਹਦਾ ਹਰਜਾਨਾ ਤੈਨੂੰ ਮੇਰੇ ਵੱਲੋਂ ਭੁਗਤਣਾ ਪੈਣਾ ਹੈ। ਸਮਝਣਾ ਜ਼ਰਾ ਸਰ। ਇਸ ਲਈ ਅਪਰਾਧ ਇਨਸਾਨ ਪੁਲਿਸ ਦੇ ਡਰ ਤੋਂ ਘੱਟ ਕਰਦਾ ਹੈ, ਪਰ ਪਾਪ ਇਨਸਾਨ ਘਰਾਂ 'ਚ ਬੈਠਿਆ ਵੀ ਕਰੀ ਜਾਂਦਾ ਹੈ। ਝੂਠ ਬੋਲਣਾ ਕੀ ਹੈ? ਅਪਰਾਧ ਨਹੀਂ ਮੰਨਿਆ ਜਾਂਦਾ। ਤੁਸੀਂ ਕਿਸੇ ਨੇ ਝੂਠ ਬੋਲੂਗੇ ਤਾਂ ਤੁਹਾਨੂੰ ਕੋਈ ਸਜ਼ਾ ਨਹੀਂ ਹੋਣੀ ਕਿ ਦਫਾ ਇੰਨੇ ਸੌ ਇੰਨੇ ਲੱਗ ਗਈ, ਤੂੰ ਝੂਠ ਬੋਲਿਆ ਤਾਂ ਲੈ ਭਾਈ ਤੈਨੂੰ 6 ਮਹੀਨੇ ਦੀ ਕੈਦ ਜਾਂ 5000 ਜੁਰਮਾਨਾ। ਉਹ ਨਹੀਂ ਹੈ, ਕਿਉਂਕਿ ਕਾਨੂੰਨ ਇਹ ਨਹੀਂ ਕਹਿੰਦਾ ਤੂੰ ਝੂਠ ਕਿਉਂ ਬੋਲਿਆ ਤੈਨੂੰ ਸਜ਼ਾ ਦੇਣੀ ਹੈ, ਪਰ ਰੱਬ ਕਹਿੰਦਾ ਹੈ। ਇਸ ਲਈ ਕਹਿੰਦੇ ਨਾ, ਸਾਚ ਬਰਾਬਰ ਤਪ ਨਹੀਂ, ਝੂਠ ਬਰਾਬਰ ਪਾਪ। ਹੁਣ ਜਦੋਂ ਝੂਠ ਬੋਲਦੇ ਆ ਤਾਂ ਅਪਰਾਧ ਨਹੀਂ ਹੈ, ਕਾਨੂੰਨ ਨੇ ਸਜ਼ਾ ਨਹੀਂ ਦੇਣੀ, ਪਰ ਪਾਪ ਜ਼ਰੂਰ ਹੈ, ਪਰਮਾਤਮਾ ਨੇ ਜ਼ਰੂਰ ਪੁੱਛਣਾ ਹੈ। ਝੂਠ ਬੋਲ ਰਹੇ ਸੀ, ਨਿੰਦਿਆ ਕਰ ਰਿਹਾ ਸੀ, ਗਾਲੀ ਦੇ ਰਿਹਾ ਸੀ। ਗਾਲੀ ਦੇਣਾ ਅਪਰਾਧ ਨਹੀਂ ਹੈ, ਪਰ ਗਾਲੀ ਦੇਣਾ ਕੀ ਹੈ? ਪਾਪ ਹੈ। ਕਿਸੇ ਦਾ ਘਰ ਲੁੱਟਣਾ ਉਹ ਅਪਰਾਧ ਵੀ ਹੈ, ਪਾਪ ਵੀ ਹੈ, ਕਿਉਂਕਿ ਇਹ 'ਚ ਦੋ ਹੀ ਕੰਮ ਸ਼ਾਮਿਲ ਹੋ ਰਹੇ ਹੈ। ਪਰ ਜਦੋਂ ਅਪਰਾਧ ਔਰ ਪਾਪ ਦੀ ਗੱਲ ਆਉਂਦੀ ਤਾਂ ਬਹੁਤ ਪਾਪ ਐਸੇ ਹੈ ਜਿਹੜੇ ਬੰਦਾ ਚੋਰੀ ਕਰਦਾ, ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ, ਪਰ ਰੱਬ ਦੀਆਂ ਨਜ਼ਰਾਂ 'ਚ ਉਹ ਪਾਪੀ ਗਿਣਿਆ ਜਾਂਦਾ ਹੈ। ਹੁਣ ਰੱਬ ਕਹਿੰਦਾ ਬੁਰਾ ਸੋਚਣਾ ਵੀ, ਹੁਣ ਕਾਨੂੰਨ ਨਹੀਂ ਕਹੇਗਾ ਬੁਰਾ ਸੋਚਣਾ ਪਾਪ ਹੈ। ਲੈ ਹੁਣ ਕਾਨੂੰਨ ਨਹੀਂ ਆਏਗਾ ਕਿ ਬੰਦਾ ਗੁੱਸੇ 'ਚ ਮਨ 'ਚ ਸੋਚ ਰਿਹਾ, ਦਿਲ ਕਰਦਾ ਉਹ ਦੋ ਆਦਮੀ ਇਹਨਾਂ ਨੂੰ ਕਤਲ ਕਰ ਦੇਵਾਂ, ਤਾਂ ਕਾਨੂੰਨ ਆ ਕੇ ਫੜੇਗਾ ਨਹੀਂ ਕਿ ਤੂੰ ਸੋਚ ਰਿਹਾ ਸੀ ਕਤਲ ਕਰਨਾ, ਚੱਲ ਬਈ ਤੈਨੂੰ ਕਤਲ ਦੀ ਸਜ਼ਾ ਮਿਲਣੀ ਹੈ। ਕਿਉਂਕਿ ਜਦ ਤੱਕ ਕੀਤਾ ਨਹੀਂ ਕਾਨੂੰਨ ਉਹਨੂੰ ਅਪਰਾਧੀ ਨਹੀਂ ਮੰਨਦਾ। ਪਰ ਰੱਬ ਕਹਿੰਦਾ ਹੈ, ਕੁਦਰਤ ਕਹਿੰਦੀ ਹੈ ਤੂੰ ਸੋਚਣਾ ਹੈ ਤਾਂ ਸੋਚ ਵੀ। ਤਾਂ ਹੀ ਕਹਿੰਦੇ ਬੁਰਾ ਦੇਖੋ ਨਾ, ਬੁਰਾ ਸੁਣੋ ਨਾ, ਬੁਰਾ ਬੋਲੋ ਨਾ, ਤਾਂ ਨਾਲ ਬੁਰਾ ਸੋਚੋ ਵੀ ਨਾ। ਕਿਉਂਕਿ ਅੱਜ ਦੇ ਸਮੇਂ ਅੰਦਰ ਵਿਗਿਆਨ ਨੇ ਇਹ ਖੋਜ ਕਰ ਲਈ ਹੈ ਕਿ ਜਦੋਂ ਇਨਸਾਨ ਕੁਝ ਸੋਚਦਾ ਹੈ ਨਾ ਤਾਂ ਉਹਦਾ ਪ੍ਰਭਾਵ ਵੀ ਉਹਦੇ ਜੀਵਨ ਤੇ ਪੈਣਾ ਸ਼ੁਰੂ ਹੋ ਜਾਂਦਾ ਹੈ। ਸਮਝਣਾ ਜ਼ਰਾ। ਇੱਥੇ ਅਸੀਂ ਇੱਕ ਡਾਕਟਰ ਦੀ ਗੱਲ ਕੀਤੀ ਸੀ, ਜੋਏ ਡਿਸਪੈਂਜ਼ਾ ਦੀ। ਉਹਦੀ ਇੱਕ ਕਿਤਾਬ ਹੈ ਯੂ ਆਰ ਦਾ ਪਲੈਸੀਬੋ। ਉਹਦੇ 'ਚ ਉਹਨੇ ਇੱਕ ਘਟਨਾ ਲਿਖੀ ਹੈ ਡਾਕਟਰ ਜੋਏ ਡਿਸਪੈਂਜ਼ਾ ਨੇ, ਕਿ ਇੱਕ ਕੈਦੀ ਸੀ ਜਿਹਨੂੰ 10 ਸਾਲ ਦੀ ਕੈਦ ਦੀ ਸਜ਼ਾ ਹੋਈ। 10 ਸਾਲ ਕੋਠਰੀ 'ਚ ਰਿਹਾ, ਪਰ 10 ਸਾਲ ਉਹਨਾਂ ਅੰਦਰ ਬਹਿ ਕੇ ਕੀ ਕੀਤਾ? ਉਹ ਸ਼ਤਰੰਜ ਬਾਰੇ ਸੋਚਦਾ ਰਿਹਾ। ਕਾਹਦੇ ਬਾਰੇ? ਸ਼ਤਰੰਜ ਇੱਕ ਗੇਮ ਹੁੰਦੀ ਹੈ, ਚੈਸ, ਉਹਦੇ ਬਾਰੇ ਸੋਚਦਾ ਰਿਹਾ ਉਹ। ਹਾਲਾਂਕਿ ਨਾ ਉਹਦੇ ਕੋਲ ਸ਼ਤਰੰਜ ਦਾ ਬੋਰਡ ਹੈ, ਬਸ ਉਹ ਮਨ 'ਚ ਹੀ ਸੋਚ ਰਿਹਾ, ਅੱਖਾਂ ਬੰਦ ਹੈ ਜਾਂ ਦੀਵਾਰ ਦੇ ਉੱਪਰ ਉਹ ਇਦਾਂ ਇੱਕ ਕੋਇਲੇ ਨਾਲ ਇੱਕ ਚੌਕ ਨਾਲ ਬਣਾ ਲੈਂਦਾ, ਤਾਂ ਉੱਥੇ ਹੀ ਬਸ ਉਹ ਸੋਚ ਹੀ ਰਿਹਾ ਹੈ। 10 ਸਾਲ ਬਾਅਦ ਜਦੋਂ ਆਜ਼ਾਦ ਹੋਇਆ ਤਾਂ ਸੋਚ ਦੇ ਵਿੱਚ ਹੀ ਉਹ ਇੰਨਾ ਅੱਛਾ ਸ਼ਤਰੰਜ ਖੇਡ ਲੈਂਦਾ ਸੀ ਕਿ ਜਦੋਂ ਬਾਹਰ ਆਇਆ ਉਹਨੇ ਆ ਕੇ ਸੱਚਮੁੱਚ ਸ਼ਤਰੰਜ ਖੇਡੀ, ਤਾਂ ਜਿਹਨੂੰ ਖੇਡਿਆ ਉਹਨੂੰ ਕੁਝ ਪਲਾਂ 'ਚ ਹੀ ਹਰਾ ਦਿੱਤਾ।
ਫਿਰ ਉਹਨੇ ਉੱਥੇ ਦਾ ਜੋ ਡਿਸਟ੍ਰਿਕਟ ਚੈਂਪੀਅਨ ਸੀ ਉਹਦੇ ਨਾਲ ਖੇਡਿਆ, ਉਹਨੂੰ ਵੀ ਹਰਾ ਦਿੱਤਾ, ਹਾਲਾਂਕਿ ਸੱਚਮੁੱਚ ਕਦੀ ਖੇਡੀ ਨਹੀਂ ਸੀ। ਕਹਿੰਦੇ 10 ਸਾਲ ਸੋਚ ਵਿੱਚ ਖੇਡਣ ਦੇ ਨਾਲ ਹੀ ਉਹ ਅੰਦਰ ਇੰਨਾ ਮਾਹਿਰ ਹੋ ਗਿਆ ਕਿ ਇਦਾਂ ਹੋ ਗਿਆ ਜਿੱਦਾਂ ਸੱਚਮੁੱਚ ਉਹ ਬਹੁਤ ਬੜਾ ਖਿਡਾਰੀ ਹੁੰਦਾ ਹੈ। ਇਹਦਾ ਮਤਲਬ ਜੋ ਚੀਜ਼ ਅਸੀਂ ਸੋਚਦੇ ਰਹਿੰਦੇ ਨੇ, ਸੋਚਦੇ ਰਹਿੰਦੇ ਆ, ਸਾਡੇ ਤੇ ਉਹਦਾ ਪ੍ਰਭਾਵ ਵੀ ਪੈਣਾ ਸ਼ੁਰੂ ਹੋ ਜਾਂਦਾ ਹੈ। ਇਹ ਸਮਝਣਾ ਜ਼ਰਾ। ਹੁਣ ਤੁਹਾਨੂੰ ਸੁਪਨਾ ਆਇਆ, ਸੁਪਨੇ 'ਚ ਤੁਸੀਂ ਦੇਖਦੇ ਹੋ ਤੁਹਾਡੇ ਮਗਰ ਕੋਈ ਸੱਪ ਦੌੜਿਆ ਹੈ, ਤੁਹਾਡੇ ਮਗਰ ਕੋਈ ਕੁੱਤਾ ਦੌੜਿਆ ਹੈ, ਤੁਸੀਂ ਬੜਾ ਬਚ ਰਹੇ ਹੋ, ਉਹਦੇ ਤੋਂ ਦੌੜ ਰਹੇ ਹੋ ਤੁਸੀਂ, ਅਚਾਨਕ ਤੁਹਾਡੀ ਅੱਖ ਖੁੱਲ ਜਾਂਦੀ, ਤੁਸੀਂ ਦੇਖਦੇ ਹੋ ਦਿਲ ਦੀ ਧੜਕਨ ਬੜੀ ਤੇਜ਼ ਹੈ, ਮੱਥੇ ਤੇ ਪਸੀਨਾ ਹੈ। ਇਹਦਾ ਮਤਲਬ ਕੀ ਹੈ? ਸੁਪਨਾ ਸੀ, ਕੋਈ ਕੁੱਤਾ ਨਹੀਂ ਸੀ, ਕੋਈ ਸੱਪ ਨਹੀਂ ਸੀ, ਪਰ ਫਿਰ ਵੀ ਤੁਹਾਡੇ ਮੱਥੇ ਤੇ ਪਸੀਨਾ ਆ ਗਿਆ, ਦਿਲ ਦੀ ਧੜਕਨ ਤੇਜ਼ ਕਿਉਂ ਹੈ? ਕਿਉਂਕਿ ਤੁਸੀਂ ਜੋ ਸੋਚ ਰਹੇ ਹੋ, ਜੋ ਖਿਆਲ 'ਚ ਚੱਲ ਰਿਹਾ ਹੈ, ਤੁਹਾਡੇ ਸਰੀਰ ਨੂੰ ਨਹੀਂ ਪਤਾ, ਤੁਹਾਡੀ ਬਾਡੀ ਨੂੰ ਨਹੀਂ ਪਤਾ ਇਹ ਖਿਆਲ ਹੈ, ਉਹ ਬਾਡੀ ਉਹ ਸਮਝਦੀ ਹੈ ਸੱਚਮੁੱਚ ਹੋ ਰਿਹਾ ਹੈ। ਇਸ ਲਈ ਉਹਦਾ ਪ੍ਰਭਾਵ ਤੁਹਾਡੇ ਸਰੀਰ ਤੇ ਵੀ ਪੈਣਾ ਸ਼ੁਰੂ ਹੋ ਜਾਂਦਾ, ਬਾਡੀ ਤੇ ਪੈਣਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਸਮਝਦੇ ਹੋ ਕਿ ਨਹੀਂ? ਇਸ ਲਈ ਜਦੋਂ ਤੁਸੀਂ ਕਿਸੇ ਦੇ ਕਤਲ ਬਾਰੇ ਸੋਚੀ ਜਾਓਗੇ, ਮੈਂ ਕਿਸੇ ਨੂੰ ਕਤਲ ਕਰਨਾ ਹੈ, ਕਿਸੇ ਨੂੰ ਮਾਰਨਾ ਹੈ, ਬੁਰਾ ਕਰਨਾ ਹੈ, ਤਾਂ ਸਰੀਰਕ ਤੌਰ ਤੇ ਵੀ ਸ਼ੱਕ ਨਹੀਂ ਕੀਤਾ, ਪਰ ਕੁਦਰਤ ਕਹਿੰਦੀ ਹੈ ਤੇਰਾ ਸਰੀਰ ਉਦਾਂ ਦੇ ਹਾਰਮੋਨਸ ਜਾਂ ਉਦਾਂ ਦੀ એનર્ਜੀ ਛੱਡਣੀ ਸ਼ੁਰੂ ਕਰ ਦਿੰਦਾ ਕਿ ਵਾਕਈ ਤੂੰ ਬੁਰਾ ਬਣ ਜਾਂਦਾ ਹੈ। ਕਿਉਂਕਿ ਬੁਰਾ ਸੋਚ ਕੇ ਬੰਦਾ ਬੁਰਾ ਬਣ ਜਾਂਦਾ ਹੈ, ਤਾਂ ਅੱਛਾ ਸੋਚ ਕੇ ਬੰਦਾ ਅੱਛਾ ਵੀ ਬਣ ਜਾਂਦਾ ਹੈ। ਇਸ ਨੇ ਪੁੱਛਿਆ ਹੈ ਕਿ ਮਾਤਾ ਪਿਤਾ ਦੇ ਕਰਮਾਂ ਦਾ ਪ੍ਰਭਾਵ ਬੱਚੇ ਤੇ ਪੈਂਦਾ ਜਾਂ ਨਹੀਂ ਪੈਂਦਾ। ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖੋ, ਜਿਹੜੇ ਅਪਰਾਧ ਕਰਮ ਹੁੰਦੇ ਆ ਨਾ, ਉਹਦਾ ਪ੍ਰਭਾਵ ਬੱਚੇ ਤੇ ਕਿਤੇ ਨਾ ਕਿਤੇ ਜ਼ਰੂਰ ਪੈਂਦਾ ਹੈ। ਇਹ ਜੀ ਕਾਤਲ ਦਾ ਬੇਟਾ ਹੈ, ਇਹ ਜੀ ਖੂਨੀ ਦਾ ਬੇਟਾ, ਇਹ ਜੀ ਚੋਰ ਦਾ ਬੇਟਾ ਹੈ, ਬੋਲੋ ਸਮਝਦੇ ਹੋ ਕਿ ਨਹੀਂ? ਜਾਂ ਉਹਦੇ ਬਾਪ ਨੇ ਕਿਤੇ ਉਹ ਕਰਜ਼ਾ ਲਿਆ ਹੋਇਆ ਹੈ, ਉਹ ਫਿਜ਼ੀਕਲੀ ਹੈ, ਔਰ ਉਹ ਕਰਜ਼ਾ ਬਾਪ ਨਾ ਮੋੜੇ ਤਾਂ ਬੱਚਿਆਂ ਨੂੰ ਮੋੜਨਾ ਹੀ ਪੈਂਦਾ ਹੈ। ਪਰ ਜਦੋਂ ਗੱਲ ਆਉਂਦੀ ਹੈ ਪਾਪ ਕਰਮਾਂ ਦੀ, ਤਾਂ ਕਰਮ ਦਾ ਪ੍ਰਭਾਵ ਹਰੇਕ ਦਾ ਆਪਣਾ ਹੁੰਦਾ ਹੈ। ਸਮਝ ਲਓ ਬਾਪ ਔਰ ਬੇਟਾ ਬੈਠੇ ਹੈ, ਜੇ ਬਾਪ ਸਿਮਰਨ ਕਰ ਰਿਹਾ, ਬੇਟਾ ਸੁੱਤਾ ਹੋਇਆ ਹੈ, ਤਾਂ ਉਹਦਾ ਫਲ ਬਾਪ ਨੂੰ ਹੀ ਮਿਲਣਾ ਆ, ਬੇਟੇ ਨੂੰ ਨਹੀਂ ਮਿਲਣਾ। ਜੇ ਬੇਟਾ ਸਿਮਰਨ ਕਰੇਗਾ, ਕਿਉਂਕਿ ਅੱਛਾ ਕਰਮ ਹੈ, ਪੁੰਨ ਕਰਮ ਹੈ, ਪੁੰਨ ਕਰਮ, ਪਾਪ ਕਰਮ, ਇਹਦਾ ਪ੍ਰਭਾਵ ਉਹਨੂੰ ਹੀ ਮਿਲਦਾ ਜਿਹੜਾ ਇਹ ਕਰਦਾ ਹੈ। ਪਰ ਜੋ ਅਪਰਾਧ ਕਰਮ ਹੈ, ਜਿਹਨਾਂ ਨਾਲ ਸਮਾਜ ਜੁੜਿਆ ਹੋਇਆ ਹੈ, ਉਹਦਾ ਪ੍ਰਭਾਵ ਬੱਚਿਆਂ ਤੇ ਵੀ। ਇਸ ਲਈ ਅਸੀਂ ਦੋਨੇ ਚੀਜ਼ਾਂ ਪਹਿਲਾਂ ਸਮਝਾਈਆਂ ਕਿ ਇੱਕ ਹੁੰਦੇ ਪਾਪ, ਇੱਕ ਹੁੰਦੇ ਅਪਰਾਧ। ਸਮਝਦੇ ਹੋ ਕਿ ਨਹੀਂ? ਕਿਉਂਕਿ ਜੇ ਬਾਪ ਨਸ਼ਾਖੋਰ ਹੈ, ਨਸ਼ਾ ਕਰਨ ਵਾਲਾ ਹੈ ਜਾਂ ਨਸ਼ਾ ਵੇਚਣ ਵਾਲਾ ਹੈ, ਤਾਂ ਉਹਦੀ ਔਲਾਦ ਕਿਤੇ ਵੀ ਜਾਏਗੀ, ਲੋਕਾਂ ਨੇ ਕੀ ਕਹਿਣਾ? ਇਹਨੂੰ ਪਤਾ ਹੈ ਭਾਈ ਇਹਦਾ ਪੇ ਨਸ਼ੇੜੀ ਹੈ, ਇਹਦੇ ਘਰ ਕੁੜੀ ਨਾ ਦਈਓ, ਇਹਦਾ ਪੇ ਆਹ ਕੰਮ ਕਰਦਾ ਹੈ, ਪੇ ਇਹਦਾ ਲੜਾਕੂ ਹੈ, ਚੋਰ ਹੈ, ਜਾਂ ਭਾਈ ਇਹਨੂੰ ਕੁੜੀ ਦਿਓ, ਇਹਦਾ ਪੇ ਬੜਾ ਅਫਸਰ ਹੈ। ਬੇਟਾ ਬੇਸ਼ੱਕ ਕੁਛ ਨਾ ਕਰਦਾ ਹੋਵੇ, ਉਹ ਪੇ ਅਫਸਰ ਹੈ। ਕਿਉਂਕਿ ਬਾਪ ਅੱਛੀ ਜਗ੍ਹਾ ਬੈਠਾ ਹੈ ਤਾਂ ਉਹਦਾ ਅਸਰ ਵੀ ਬੱਚੇ ਦੇ ਜੀਵਨ ਤੇ ਹੁੰਦਾ, ਤਾਂ ਬਾਪ ਬੁਰੀ ਜਗ੍ਹਾ ਬੈਠਾ ਹੈ ਤਾਂ ਉਹਦਾ ਅਸਰ ਵੀ ਇਹ ਬਾਹਰਲੇ ਕਰਮਾਂ ਦਾ। ਪਰ ਜਿਹੜੇ ਪੁੰਨ ਔਰ ਪਾਪ ਕਰਮ ਹੈ, ਜੋ ਸਾਡੀ ਸੋਚ ਨਾਲ ਜੁੜੇ ਹੋਏ ਹੈ, ਉਹਦਾ ਪ੍ਰਭਾਵ ਹਮੇਸ਼ਾ ਉਹਦਾ ਬੱਚਿਆਂ ਤੇ ਨਹੀਂ ਪੈਂਦਾ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਜੇ ਇੱਕ ਬਾਪ ਸਾਰੀ ਜ਼ਿੰਦਗੀ ਪਾਪ ਕਰਮ ਕਰਦਾ, ਲੜਾਈ ਝਗੜੇ ਕਰਦਾ ਹੈ, ਤਾਂ ਬਾਅਦ ਚੋਂ ਬੱਚਾ ਜਿੰਨਾ ਮਰਜ਼ੀ ਸਿਮਰਨ ਕਰੀ ਜਾਵੇ, ਜਿੰਨੇ ਮਰਜ਼ੀ ਦਾਨ ਪੁੰਨ ਕਰੀ ਜਾਵੇ, ਉਹਦਾ ਅਸਰ ਬਾਪ ਨੂੰ ਮਿਲੇਗਾ, ਉਹਦਾ ਅਸਰ। ਕਿਉਂਕਿ ਮਹਾਤਮਾ ਬੁੱਧ ਨੇ ਇਹੀ ਤਾਂ ਗੱਲ ਕਹੀ ਹੈ। ਇੱਥੇ ਇੱਕ ਛੋਟੀ ਜਿਹੀ ਕਹਾਣੀ ਮਹਾਤਮਾ ਬੁੱਧ ਦੀ, ਫਿਰ ਸਤਸੰਗ ਦੀ ਸਮਾਪਤੀ ਕਰਾਂਗੇ, ਕਿਉਂਕਿ ਸਵਾਲ ਆਇਆ ਤਾਂ ਉਹਦੇ ਨਾਲ ਸਮਝ ਆ ਜਾਏਗੀ। ਕਿ ਇੱਕ ਦਿਨ ਇੱਕ ਨੌਜਵਾਨ ਮਹਾਤਮਾ ਬੁੱਧ ਦੇ ਕੋਲ ਗਿਆ ਕਿ ਮੇਰੇ ਪਿਤਾ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ, ਮ੍ਰਿਤਿੂ ਹੋ ਗਈ, ਤਾਂ ਹੁਣ ਮੈਂ ਬੜਾ ਪਰੇਸ਼ਾਨ ਹਾਂ, ਮੈਂ ਸਭ ਕੁਝ ਕਰ ਲਿਆ, ਮੈਂ ਪਰੇਸ਼ਾਨ ਇਸ ਗੱਲ ਨੂੰ ਹੈ ਕਿ ਮੇਰੇ ਬਾਪ ਨੂੰ ਮੁਕਤੀ ਮਿਲੀ ਜਾਂ ਨਹੀਂ ਮਿਲੀ, ਬਸ ਇੰਨਾ ਕੋਈ ਦੱਸ ਦੇਵੇ। ਕੋਈ ਦੱਸਦਾ ਹੀ ਨਹੀਂ ਹੈ, ਕਿਉਂਕਿ ਕਿਸੇ ਨੇ ਪੂਜਾ ਕਰਨ ਨੂੰ ਗਿਆ ਕਰ ਲਿਆ, ਕਿਸੇ ਨੇ ਪਾਠ ਕਰਨ ਨੂੰ ਗਿਆ ਕਰ ਲਿਆ, ਜਿਸ ਨੇ ਜੋ ਕਿਹਾ ਮੈਂ ਕਰ ਲਿਆ, ਪਰ ਮੇਰਾ ਮਨ ਸੰਤੁਸ਼ਟੀ ਚਾਹੁੰਦਾ ਹੈ ਕਿ ਮੈਨੂੰ ਪਤਾ ਲੱਗੇ ਮੇਰੇ ਬਾਪ ਨੂੰ ਮੁਕਤੀ ਮਿਲੀ ਹੈ ਜਾਂ ਨਹੀਂ, ਮੋਕਸ਼ ਮਿਲਿਆ ਜਾਂ ਨਹੀਂ। ਇਸ ਲਈ ਮਹਾਰਾਜ ਤੁਸੀਂ ਬਹੁਤ ਬੜੇ ਮਹਾਤਮਾ ਹੋ, ਇੰਨੀ ਦੁਨੀਆ ਤੁਹਾਨੂੰ ਮੰਨਦੀ ਹੈ, ਤੁਸੀਂ ਮੈਨੂੰ ਜਵਾਬ ਦਿਓ ਤਾਂ ਕਿ ਮੇਰੀ ਸੰਤੁਸ਼ਟੀ ਹੋਵੇ, ਮੈਨੂੰ ਸ਼ਾਂਤੀ ਮਿਲੇ। ਤਾਂ ਮਹਾਤਮਾ ਬੁੱਧ ਨੇ ਕਿਹਾ ਇੱਦਾਂ ਕਰ, 2 ਛੋਟੇ ਛੋਟੇ ਘੜੇ ਲੈ ਕੇ ਆ, ਇੱਕ ਘੜੇ 'ਚ ਪੱਥਰ ਲਿਆ, ਦੂਜੇ 'ਚ ਘਿਓ ਲਿਆ। ਗਿਆ ਦੌੜ ਕੇ, ਛੋਟੇ ਛੋਟੇ ਕੁੱਜੇ ਲਏ, ਮਿੱਟੀ ਦੇ ਕੁੱਜੇ, ਇੱਕ 'ਚ ਪੱਥਰ ਪਾ ਲਏ, ਇੱਕ 'ਚ ਘਿਓ ਪਾ ਲਿਆ, ਲੈ ਕੇ ਆ ਗਿਆ। ਕੋਲ ਹੀ ਨਦੀ ਤਲਾਬ ਸੀ, ਇੱਕ ਤਲਾਬ। ਮਹਾਤਮਾ ਬੁੱਧ ਕਹਿੰਦੇ ਆ ਲੈ ਕੇ ਉੱਥੇ ਆ ਜਾ। ਤਲਾਬ ਦੇ ਕੋਲ ਚਲੇ ਗਏ,
ਕਹਿੰਦੇ ਨੇ ਇਦਾਂ ਕਰ, ਇਹਨਾਂ ਦੋਨਾਂ ਕੁੱਜਿਆਂ ਨੂੰ ਤੋੜ, ਦੋਨਾਂ ਮਟਕੀਆਂ ਨੂੰ ਤੋੜ, ਤਾਂ ਕਿ ਇਹ ਪੱਥਰ ਵੀ ਪਾਣੀ 'ਚ ਜਾਣ ਔਰ ਘਿਓ ਵੀ ਪਾਣੀ 'ਚ ਜਾਵੇ। ਪਰ ਖਾਸ ਖਿਆਲ ਰੱਖੀ ਕਿ ਪੱਥਰ ਤਰਨੇ ਚਾਹੀਦੇ ਆ, ਘਿਓ ਡੁੱਬਣਾ ਚਾਹੀਦਾ। ਇਦਾਂ ਦੀ ਕੋਈ ਮੰਤਰ ਪੜ੍ਹ ਲਈ, ਇਦਾਂ ਦਾ ਕੋਈ ਪਾਠ ਪੜ੍ਹ ਲਈ, ਇਦਾਂ ਦੀ ਕੋਈ ਪੂਜਾ ਕਰ ਲਈ ਕਿ ਜਦੋਂ ਇਹਨਾਂ ਨੂੰ ਤੋੜੇ, ਯਾਨੀ ਇੱਕ ਦੂਜੇ 'ਚ ਮਾਰ ਕੇ ਉਹਦੇ ਥੱਲੇ ਗਿਰਨ ਤਾਂ ਪੱਥਰ ਤੈਰ ਜਾਣ ਤਾਂ ਘਿਓ ਡੁੱਬ ਜਾਵੇ। ਉਹ ਕਹਿੰਦਾ ਮਹਾਰਾਜ ਇਹ ਕਿੱਦਾਂ ਹੋਏਗਾ? ਮੈਂ ਜਿਹੜਾ ਮਰਜ਼ੀ ਮੰਤਰ ਪੜ੍ਹ ਲਵਾਂ, ਜਿਹੜਾ ਮਰਜ਼ੀ ਪਾਠ ਪੜ੍ਹ ਲਵਾਂ, ਕਿਉਂਕਿ ਮੰਤਰ ਪਾਠ ਜੋ ਮਰਜ਼ੀ ਮੈਂ ਪੜ੍ਹ ਲਵਾਂ, ਪਰ ਫਿਰ ਵੀ ਪੱਥਰ ਤੈਰਨੇ ਨਹੀਂ ਹੈ ਔਰ ਘਿਓ ਡੁੱਬਣਾ ਨਹੀਂ ਹੈ। ਮਹਾਤਮਾ ਬੁੱਧ ਕਹਿੰਦੇ ਕਿਉਂ? ਕਰਕੇ ਤਾਂ ਦੇਖ ਤੂੰ। ਹੁਣ ਉਹਨੇ ਏਦਾਂ ਮਾਰ ਕੇ ਮਟਕੀ ਤੋੜੀ, ਘਿਓ ਔਰ ਪੱਥਰ ਪਾਣੀ 'ਚ, ਪਰ ਹੋਇਆ ਉਹੀ, ਘਿਓ ਉੱਪਰ ਆ ਗਿਆ, ਪਾਣੀ ਤੇ ਤੈਰ ਪਿਆ। ਜਿੱਦਾਂ ਤੇਲ ਹੁੰਦਾ ਨਾ ਪਾਣੀ ਉੱਪਰ ਤੈਰ ਪੈਂਦਾ, ਔਰ ਜਿਹੜਾ ਪੱਥਰ ਸੀ ਡੁੱਬ ਗਿਆ। ਮਹਾਤਮਾ ਬੁੱਧ ਕਹਿੰਦੇ ਦੇਖ ਤੂੰ ਮੰਤਰ ਨਹੀਂ ਪੜ੍ਹੇ? ਕਹਿੰਦਾ ਮਹਾਰਾਜ ਮੈਂ ਜਿਹੜਾ ਮਰਜ਼ੀ ਮੰਤਰ ਪੜ੍ਹ ਲਵਾਂ, ਮੈਂ ਜਿਹੜਾ ਮਰਜ਼ੀ ਪਾਠ ਕਰ ਲਵਾਂ, ਇਹ ਕਦੀ ਹੋ ਹੀ ਨਹੀਂ ਸਕਦਾ ਕਿ ਪੱਥਰ ਤੈਰ ਜਾਵੇ ਤਾਂ ਘਿਓ ਡੁੱਬੇ ਜਾਂ ਤੇਲ ਡੁੱਬੇ। ਮਹਾਤਮਾ ਬੁੱਧ ਕਹਿੰਦੇ ਕਿਉਂ? ਉਹ ਕਹਿੰਦੇ ਪੱਥਰ ਹੈ, ਪੱਥਰ ਦਾ ਸੁਆਹ ਡੁੱਬਣਾ ਹੈ, ਤਾਂ ਘਿਓ ਹੈ ਤੇਲ ਦਾ ਸੁਆਹ ਹੈ ਤੈਰਨਾ। ਤਾਂ ਮਹਾਤਮਾ ਬੁੱਧ ਕਹਿੰਦੇ ਬੇਟਾ ਇੱਥੋਂ ਇਹ ਪਤਾ ਲੱਗਦਾ ਹੈ ਕਿ ਪੱਥਰ ਤੇ ਜਿੰਨੇ ਮਰਜ਼ੀ ਮੰਤਰ ਪੜ੍ਹ ਲਓ, ਕਲਮੇ ਕਲਾਮ ਪੜ੍ਹ ਲਓ, ਉਹਦਾ ਸੁਭਾਅ ਡੁੱਬਣਾ ਤਾਂ ਹੋਣਾ ਡੁੱਬਣਾ ਹੀ ਹੈ, ਔਰ ਘਿਓ ਦਾ ਜਾਂ ਤੇਲ ਦਾ ਸੁਭਾਅ ਤੈਰਨਾ ਤਾਂ ਹੋਣਾ ਤੈਰਨਾ ਹੀ ਹੈ। ਇਸੇ ਤਰ੍ਹਾਂ ਬੇਟਾ ਤੂੰ ਪੁੱਛ ਰਿਹਾ ਕਿ ਮੇਰੇ ਬਾਪ ਨੂੰ ਮੋਕਸ਼ ਮਿਲਿਆ ਜਾਂ ਨਹੀਂ ਮਿਲਿਆ, ਮੈਂ ਇੰਨੇ ਮੰਤਰ ਪੜ੍ਹੇ, ਮੈਂ ਇੰਨੇ ਪਾਠ ਕੀਤੇ, ਉਹਨੂੰ ਮੋਕਸ਼ ਮਿਲਿਆ ਜਾਂ ਨਹੀਂ ਮਿਲਿਆ? ਤਾਂ ਯਾਦ ਰੱਖ ਬੇਟਾ ਕਿ ਜਿਹਦਾ ਜਿੱਦਾਂ ਦਾ ਸੁਭਾਅ ਹੁੰਦਾ ਹੈ ਨਾ, ਉਹਨੂੰ ਉਹੀ ਫਲ ਮਿਲਣਾ, ਫਿਰ ਚਾਹੇ ਹਜ਼ਾਰਾਂ ਹੀ ਮੰਤਰ ਪੜ੍ਹੀ ਜਾਈਏ। ਇਹਦਾ ਮਤਲਬ ਕੀ ਹੈ? ਜੇ ਤੁਹਾਡਾ ਸੁਭਾਅ ਬੁਰਾ ਹੈ ਤਾਂ ਤੁਹਾਡੇ ਬੁਰੇ ਸੁਭਾਅ ਨੇ ਤੁਹਾਨੂੰ ਡੁੱਬਣਾ ਹੀ ਹੈ, ਕੋਈ ਮੰਤਰ ਤੁਹਾਨੂੰ ਤਾਰ ਨਹੀਂ ਸਕਦੇ। ਤਾਂ ਜੇ ਤੁਹਾਡਾ ਸੁਭਾਅ ਚੰਗਾ ਹੈ, ਤੁਹਾਡਾ ਸੁਭਾਅ ਨੇਕੀ ਵਾਲਾ ਹੈ, ਅੱਛਾਈ ਵਾਲਾ ਹੈ, ਤੁਸੀਂ ਸਭ ਨਾਲ ਪਿਆਰ ਕਰਦੇ ਹੋ, ਨੇਕੀ ਕਰਦੇ ਹੋ, ਰੱਬ ਤੇ ਯਕੀਨ ਰੱਖਦੇ ਹੋ, ਅੱਛੇ ਸੁਭਾਅ ਵਾਲਾ ਇਨਸਾਨ ਹਮੇਸ਼ਾ ਤੈਰਦਾ ਹੀ ਹੈ, ਉਹਨੂੰ ਦੁਨੀਆ ਦੀ ਕੋਈ ਤਾਕਤ ਡੁਬੋ ਨਹੀਂ ਸਕਦੀ। ਆਪਣੇ ਸੁਭਾਅ ਨੂੰ ਅੱਛਾ ਕਰੀਏ, ਔਰ ਸੁਭਾਅ ਆਪਣਾ ਆਪਣਾ ਹੁੰਦਾ ਹੈ। ਜੇ ਇਹਦਾ ਸੁਭਾਅ ਅੱਛਾ ਹੈ ਤਾਂ ਮਾੜਾ ਹੈ, ਤਾਂ ਇਹਦਾ ਮਤਲਬ ਜਿਹੜਾ ਅੱਛਾ ਹੈ ਉਹਨਾਂ ਤੈਰ ਜਾਣਾ, ਤੇ ਜਿਹੜਾ ਮਾੜਾ ਹੈ ਉਹਨਾਂ ਡੁੱਬ ਜਾਣਾ ਹੈ। ਤਾਂ ਹੀ ਤਾਂ ਹਜ਼ੂਰ ਮੁਹੰਮਦ ਸਾਹਿਬ ਵੀ ਆਪਣੀ ਬੇਟੀ ਨੂੰ ਕਹਿੰਦੇ ਸੀ ਕਿ ਐ ਮੇਰੀ ਬੇਟੀ ਫਾਤਿਮਾ, ਇਹ ਨਾ ਸੋਚੀ ਕਿ ਮੈਂ ਮੁਹੰਮਦ ਦੀ ਬੇਟੀ ਆ, ਧੀ ਆ, ਜਾਂ ਮੈਂ ਅਲੀ ਦੀ ਪਤਨੀ ਆ, ਜਾਂ ਮੈਂ ਹਸਨ ਹੁਸੈਨ ਦੀ ਮਾਂ ਆ ਤਾਂ ਮੈਂ ਉੱਥੇ ਬਖਸ਼ੀ ਜਾਊਂਗੀ, ਬਚ ਜਾਊਂਗੀ। ਉੱਥੇ ਵੀ ਤੈਨੂੰ ਤੇਰੀ ਕਰਨੀ ਨੇ ਬਚਾਉਣਾ ਹੈ, ਮੇਰੀ ਧੀ ਹੋਣ ਨੇ ਨਹੀਂ ਬਚਾਉਣਾ। ਹਜ਼ੂਰ ਆਪਣੀ ਬੇਟੀ ਨੂੰ ਕਹਿ ਰਹੇ ਕਿ ਜਦ ਵੀ ਇਨਸਾਨ ਬਚਦਾ ਹੈ ਨਾ ਆਪਣੇ ਉੱਥੇ ਅਮਲਾਂ ਦੇ, ਆਪਣੇ ਅਮਲਾਂ ਨਾਲ ਬਚਦਾ ਹੈ। ਇਸ ਲਈ ਮੁਰਸ਼ਦ ਵੀ ਜਦੋਂ ਸਾਨੂੰ ਸਮਝਾਉਂਦਾ ਹੈ ਤਾਂ ਹਿਦਾਇਤ ਮੁਰਸ਼ਦ ਇਹ ਨਹੀਂ ਕਹਿੰਦਾ ਤੂੰ ਪਾਪ ਕਰੀ ਜਾ ਮੈਂ ਤੈਨੂੰ ਬਚਾ ਲੂੰ। ਹੁਣ ਅਸੀਂ ਵੀ ਤੁਹਾਨੂੰ ਇੰਨੀ ਦੇਰ ਤੋਂ ਕੀ ਸਮਝਾ ਰਹੇ ਹਾਂ ਕਿ ਬਦੀ ਦਾ ਮਾਰਗ ਛੱਡੋ, ਬੁਰੇ ਅਮਲਾਂ ਦਾ ਮਾਰਗ ਛੱਡੋ, ਨਫ਼ਰਤ ਕਰਨੀ ਛੱਡੋ, ਕ੍ਰੋਧ ਕਰਨਾ ਛੱਡੋ, क्षमा ਕਰੋ ਸਾਰਿਆਂ ਨੂੰ, ਸਭ ਨਾਲ ਪ੍ਰੇਮ ਕਰੋ, ਅੱਛੇ ਬਣੋ, ਕਿਉਂਕਿ ਇਹੀ ਕੰਮ ਤਾਂ ਗੁਰੂਆਂ ਰਹਿਬਰਾਂ ਸੰਤਾਂ ਦਾ ਹੁੰਦਾ। ਸਾਨੂੰ ਸਹੀ ਦਿਸ਼ਾ ਦਿੰਦੇ ਹੈ ਕਿ ਇਸ ਤੇ ਚੱਲ ਕੇ ਹੀ ਸਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰਪੂਰ ਹੋ ਸਕਦੀ ਹੈ। ਹਾਂ, ਮਾੜੀਆਂ ਮੋਟੀਆਂ ਕਮੀਆਂ ਤਾਂ ਬਾਂਹ ਫੜ ਕੇ ਆਪੇ ਹੀ ਉਹ ਦੂਰ ਕਰ ਦਿੰਦੇ। ਜਿੱਦਾਂ ਸਮਝ ਲਓ ਬੱਚਾ ਚੱਲ ਰਿਹਾ ਹੋਵੇ, ਜੇ ਮਾੜਾ ਮੋਟਾ ਗਿਰ ਜਾਵੇ ਤਾਂ ਬਾਪ ਆਪੇ ਹੀ ਬਾਂਹ ਫੜ ਕੇ ਦੁਬਾਰਾ ਖੜਾ ਕਰਦੇ, ਚੱਲ ਮੈਂ ਤੇਰੇ ਨਾਲ ਹਾਂ, ਤੈਨੂੰ ਗਿਰਨ ਨਹੀਂ ਦੇਣਾ, ਚੱਲ। ਤਾਂ ਜੇ ਬੱਚਾ ਇਕੱਲਾ ਹੋਵੇ ਤਾਂ ਫਿਰ ਹਿੰਮਤ ਕਿੱਥੋਂ ਆਣੀ ਹੈ, ਫਿਰ ਹੌਸਲਾ ਕਿੱਥੋਂ ਆਣਾ, ਫਿਰ ਤਾਂ ਸ਼ਾਇਦ ਠੋਕਰ ਖਾ ਕੇ ਦੁਬਾਰਾ ਉੱਠੇ ਹੀ ਨਾ। ਇਸ ਲਈ ਮੁਰਸ਼ਦ ਦਾ ਨਾਲ ਹੋਣਾ ਬਹੁਤ ਹੀ ਜ਼ਰੂਰੀ ਹੈ। ਸੋ ਅਪਰਾਧ ਦਾ ਅਸਰ ਜ਼ਰੂਰ ਬੱਚਿਆਂ ਤੇ ਪੈਂਦਾ ਹੈ, ਪਰ ਪਾਪ ਉਹ ਸਾਡੇ ਅੰਦਰਲੇ ਅਮਾਲ ਹੈ, ਉਹਦਾ ਪ੍ਰਭਾਵ ਸਾਡੇ ਜੀਵਨ ਤੇ ਹੀ ਪੈਂਦਾ ਹੈ। ਇਸ ਲਈ ਸਾਨੂੰ ਚਾਹੀਦਾ ਕਿ ਅਸੀਂ ਪਾਪਾਂ ਤੋਂ ਵੀ ਬਚੀਏ ਤਾਂ ਅਪਰਾਧ ਤੋਂ ਵੀ ਬਚੀਏ। ਪਾਪ ਤੋਂ ਬਚੀਏ ਤਾਂ ਕਿ ਸਾਡਾ ਜੀਵਨ ਆਨੰਦ ਨਾਲ ਭਰਪੂਰ ਰਵੇ, ਔਰ ਅਪਰਾਧ ਤੋਂ ਬਚੀਏ ਤਾਂ ਕਿ ਸਮਾਜ ਖੁਸ਼ੀਆਂ ਨਾਲ ਭਰਪੂਰ ਰਵੇ, ਤਾਂ ਕਿ ਅੰਦਰ ਵੀ ਖੁਸ਼ ਤਾਂ ਬਾਹਰ ਵੀ ਖੁਸ਼। ਇਸ ਲਈ ਆਪਣੇ ਮਾਲਿਕ ਤੇ ਪੂਰਾ ਯਕੀਨ ਰੱਖੋ, ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਰੱਖੋ। ਤਾਂ ਫਿਰ ਜਿਸ ਤਰ੍ਹਾਂ ਦੱਸਿਆ, ਜੇ ਕਾਮਯਾਬ ਹੋਣਾ ਹੈ ਤਾਂ ਫਿਰ ਜਿੱਦਾਂ ਉਹ ਸੁਪਰਸਟਾਰ ਨੇ ਯਕੀਨ ਰੱਖਿਆ, ਪ੍ਰਾਰਥਨਾ ਕੀਤੀ ਤਾਂ ਉਹਨੂੰ ਰਸਤਾ ਮਿਲ ਗਿਆ। ਤੁਸੀਂ ਵੀ ਆਪਣੇ ਮਾਲਿਕ ਤੇ ਯਕੀਨ ਰੱਖੋ, ਵਿਸ਼ਵਾਸ ਰੱਖੋ, ਭਰੋਸਾ ਰੱਖੋ, ਪੂਰੀ ਸ਼ਰਧਾ ਨਾਲ ਉਹਦੇ ਅੱਗੇ ਦੁਆ ਕਰੋ ਤਾਂ ਤੁਹਾਨੂੰ ਵੀ ਮੁਸ਼ਕਿਲ ਚੋਂ ਨਿਕਲਣ ਦਾ ਰਸਤਾ ਜ਼ਰੂਰ ਮਿਲੇਗਾ, ਕਾਮਯਾਬੀ। ਇਸ ਲਈ ਕਹਿ ਦਿਓ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਰਹਿਮਤਾਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੈਨੂੰ ਆਪਣੇ ਮਾਲਿਕ ਤੇ ਪੂਰਾ
मैनू अपने मालिक दे पूरा, मैनू अपने मालिक दे पूरा। मेरा मालिक मेरे, मेरा मालिक मेरे, मेरा मालिक मेरे, मेरे सारे दुख दूर, मेरे सारे दुख दूर, मेरे सारे दुख दूर। तो जाओ फिर हो गए, यकीन रखो अपने मन। और अंत में यही उस मालिक के चरणों च अरदास बेनती करांगे कि मालिक तुहाडे सब दे दिलों च अपनी सच्ची मुहब्बत, सच्चा प्रेम, सच्चा विश्वास पैदा कर देन। इदां दा प्रेम दा विश्वास दा रंग तुहाडे ते चढ़ जावे कि तुहाडे जीवन दी सारियां मुश्किलां, सारियां परेशानियां, सारियां तकलीफां, सारे दुख दूर हो जाण और आने वाला हर पल तुहाडे वास्ते खुशियां भरिया, कामयाबी भरिया, सफलता भरिया होवे। दिन दुगनी रात चौगनी मालिक तुहानूं तरक्की देण और अपनी रहमत, अपनी कृपा हमेशा मालिक तुहाडे ते बनाए रखन। और अज जिन्ने भी जीव उस मालिक के दर ते हाज़री लगा रहे हैं, पहुँचे है, मालिक तुहाडियां सब दियां हाज़रियां अपने चरणों च कबूल करन। और बहुत जीव ऐसे है ਜਿਹੜੇ उस मालिक के नाम ਦੀਆਂ ਨਿਆਜ਼ਾਂ लैके आए है। जे कोई अपनी तकलीफ दुख की नियाज लैके आया है तो जिस भावना ਨਾਲ जीव नियाज लैके आया है, मालिक ਉਹਦੀ ਉਹ भावना ਨੂੰ, ਉਹਦੀ ਉਹ ਕਾਮਨਾ ਨੂੰ पूरा करन और वो जीव की नियाज ਨੂੰ मंजूर करन। तो जे कोई जीव अज खुशी की नियाज लैके आया है तो मालिक ਉਹਦੀ खुशी की नियाज ਨੂੰ भी कबूल करन और वो जीव की झोली 'ਚ ਇੰਨੀਆਂ खुशियां पा देन कि ਉਹਨੂੰ कभी फरियादा करन ਦੀ लोड़ ही ना पवे। और ਜਿਹੜੇ जीव सेवा 'ਚ भी योगदान ਦਿੰਦੇ है, मालिक उन्होंने कमाइयां भी बरकतां देन, उन्होंने भी खुशियां देन, दिन दुगनी रात चौगनी तरक्की देन और अपनी कृपा दया मेहर रहमत बख्शिश हमेशा मालिक तुहाडे ते बनाए रखन। यही साडी उस मालिक के चरणों च अरदास बेनती है। और हुण अंत में तुहाडे सब दे अंदर वास्ते उस मालिक नूं असीं प्रणाम करते हैं। साडा प्रणाम स्वीकार करो। जय मालिका दी। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।